ਰਾਹੁਲ ਗਾਂਧੀ ਦੇ ਇਸ ਬਿਆਨ ਤੋਂ ਲੋਕੀ ਖਾਸੇ ਨਾਰਾਜ਼ ਨਹੀਂ। ਉਹਨਾਂ ਨੇ ਕਿਹਾ ਕਿ ਜਦੋਂ ਸਾਡੀ ਸਰਕਾਰ ਆਊਗੀ ਤਾਂ ਅਸੀਂ ਇਹ ਬਿੱਲ ਪਾੜ ਕੇ ਸੁੱਟ ਦਾਂਗੇ। ਇਹਦਾ ਮਤਲਬ ਹੈ ਕਿ ਕਾਂਗਰਸ ਹਾਰ ਮੰਨ ਚੁੱਕੀ ਹੈ ਕਿ ਹੁਣ ਇਹ ਵਾਪਸ ਨਹੀਂ ਹੋਣਗੇ, ਤਾਂ ਸਿਰਫ ਉਹਨਾਂ ਦੀ ਸਰਕਾਰ ਆਉਣ 3 ਬਿੱਲਾਂ ਦਾ ਹੱਲ ਹੋਊਗਾ। ਫਿਰ ਇਹ ਪ੍ਰੋਟੈਸਟ ਕਰਨ ਦੀ ਕੋਈ ਲੋੜ ਨਹੀਂ ਸੀ। ਉਹ ਦਿੱਲੀ ਬੈਠੇ ਰਹਿੰਦੇ ਤੇ ਉੱਥੇ ਬੈਠ ਕੇ ਕਹਿ ਦਿੰਦੇ ਕਿ ਅਸੀਂ ਜਦੋਂ 2024 'ਚ ਇਲੈਕਸ਼ਨਾਂ ਹੋਈਆਂ, ਜੇ ਸਾਡੀ ਸਰਕਾਰ ਉਦੋਂ ਆਉਂਦੀ ਹੈ ਤੇ ਫਿਰ ਅਸੀਂ ਇਹਨਾਂ ਨੂੰ ਨਿਰਸਤ ਕਰ ਦਿਆਂਗੇ। ਉਸ ਤੋਂ ਉਦੋਂ ਤੱਕ ਤਾਂ ਕੋਈ ਕਹਿਣ ਦੀ ਲੋੜ ਹੀ ਨਹੀਂ ਸੀਗੀ। ਇਹ ਇਤਰਾਜ਼ ਲੋਕਾਂ ਵੱਲੋਂ ਵੀ ਜਤਾਇਆ ਜਾ ਰਿਹਾ, ਪੰਜਾਬ ਦੀਆਂ ਵਿਰੋਧੀ ਰਾਜਨੀਤਿਕ ਦਲਾਂ ਦੇ ਵੱਲੋਂ ਵੀ ਇਤਰਾਜ਼ ਜਤਾਇਆ ਜਾ ਰਿਹਾ। ਉਹ ਕਹਿੰਦੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਦਿੱਲੀ ਜਾ ਕੇ ਪ੍ਰੋਟੈਸਟ ਕਰਨ ਦੀ, ਔਰ ਰਾਹੁਲ ਗਾਂਧੀ ਪੰਜਾਬ ਆ ਰਹੇ ਨੇ ਆਪਣੀ ਸਿਆਸਤ ਪਖਾਉਣ ਦੇ। ਬਿਲਕੁਲ ਇਹ ਕੰਮ ਜਿਹੜਾ ਹੈਗਾ ਦਿੱਲੀ ਕੀਤਾ ਜਾਣਾ ਚਾਹੀਦਾ ਸੀ, ਜਿੱਥੇ ਭਾਰਤ ਸਰਕਾਰ ਬੈਠੀ ਹੈ, ਤਾਂ ਕਿ ਉਹਨਾਂ ਦੇ ਉੱਤੇ ਕੋਈ ਪ੍ਰੈਸ਼ਰ ਬਿਲਟ ਅਪ ਜੇ ਹੋ ਸਕਦਾ ਤਾਂ। ਜਿਸ ਤਰੀਕੇ ਦੇ ਨਾਲ ਦੌਰਾ ਰਿਹਾ ਉਹਨਾਂ ਦਾ, ਤੁਸੀਂ ਕਿਵੇਂ ਦੇਖਦੇ ਹੋ ਕਿ ਜ਼ਿਆਦਾਤਰ ਤਾਂ ਉਹਨਾਂ ਦਾ ਜ਼ੋਰ ਪਹਿਲਾਂ ਸਿੱਧੂ ਨੂੰ ਮਨਾਉਣ 'ਤੇ ਲੱਗਿਆ ਰਿਹਾ। ਅੱਜ ਤੇ ਆਖਰੀ ਦਿਨ ਜਿਹੜਾ ਹੈਗਾ, ਅੱਜ ਪ੍ਰਤਾਪ ਸਿੰਘ ਬਾਜਵਾ ਤੇ ਦੂਲੋ ਨੂੰ ਮਨਾਉਣ 'ਤੇ ਲੱਗੇ ਰਹੇ। ਦੂਜੇ ਦਿਨ ਸਿੱਧੂ ਆਏ ਨਹੀਂ ਉੱਥੋਂ ਮੁੜ ਕੇ, ਉਸ ਤੋਂ ਬਾਅਦ ਅੱਜ ਪ੍ਰਤਾਪ ਸਿੰਘ ਬਾਜਵਾ ਤਾਂ ਨਜ਼ਰ ਆਏ ਪਰ ਦੂਲੋ ਫਿਰ ਨਹੀਂ ਨਜ਼ਰ ਆਏ। ਇਟ ਵਾਸ ਅ ਟੋਟਲੀ ਲੈਕਲਸਟਰ ਕਾਈਂਡ ਆਫ ਪਰਫਾਰਮੈਂਸ। ਕੁਛ ਇਹਦੇ 'ਚੋਂ ਨਿਕਲਿਆ ਨਹੀਂ, ਕੁਛ ਹੋਇਆ ਨਹੀਂ। ਜੇ ਇਹੀ ਸਮਝਿਆ ਜਾਂਦਾ ਕਿ ਉਹਨਾਂ ਦਾ ਮਕਸਦ ਸੀ ਸਿੱਧੂ ਨੂੰ ਕਿਸੇ ਤਰ੍ਹਾਂ ਮਨਾਉਣਾ ਜਾਂ ਸਿੱਧੂ ਨੂੰ ਅੱਗੇ ਲਿਆਉਣਾ ਜਾਂ ਕਾਂਗਰਸ ਦਾ ਇਕਜੁੱਟ ਫੇਸ ਜਿਹੜਾ ਹੈ ਪ੍ਰੈਜ਼ੈਂਟ ਕਰਨਾ, ਤਾਂ ਮੈਂ ਸਮਝਦਾ ਉਹਦੇ ਵਿੱਚ ਵੀ ਉਹ ਕਾਮਯਾਬ ਨਹੀਂ ਨਜ਼ਰ ਆਏ। ਲੇਕਿਨ ਸਿੱਧੂ ਸਾਹਿਬ ਨੂੰ ਜਦੋਂ ਸਟੇਜ ਦੇ ਉੱਤੇ ਆਏ, ਜਿੰਨਾ ਵੀ ਉਹਨਾਂ ਨੂੰ ਮੌਕਾ ਮਿਲਿਆ, ਬੜੇ ਜੋਸ਼ ਦੇ ਵਿੱਚ ਆਏ, ਲੇਕਿਨ ਅੰਦਰੋਂ ਉਹਨਾਂ ਨੇ ਕੁਛ ਵੀ ਨਵੀਂ ਗੱਲ ਨਹੀਂ ਕੀਤੀ। ਠੁੱਸ ਜੋ ਉਹਨਾਂ ਦਾ ਇੱਕ ਆਪਣਾ ਸਟਾਈਲ ਹੈ ਲਾਫਟਰ ਚੈਨਲ ਵਾਲਾ, ਉਸੇ ਸਟਾਈਲ 'ਚ ਉਹਨਾਂ ਨੇ ਭਾਸ਼ਣ ਦਿੱਤਾ। ਬਹੁਤ ਕੁਝ ਕਰ ਸਕਦੇ ਸੀ ਉਹਨਾਂ 5-10 ਮਿੰਟਾਂ ਦੇ ਵਿੱਚ, ਉਹ ਜੇ ਚਾਹੁੰਦੇ ਤਾਂ ਸੈਂਟਰ ਸਟੇਜ ਲਿਆ ਸਕਦੇ ਸੀ। ਮੋਦੀ ਦਾ ਆਪਣੀ ਸਪੀਚ ਦੇ ਦੌਰਾਨ ਉਹਨਾਂ ਨੇ ਇੱਕ ਵਾਰੀ ਵੀ ਨਾਮ ਨਹੀਂ ਲਿਆ। ਕਿਤੇ ਜਿਸ ਤਰੀਕੇ ਦੇ ਨਾਲ ਕੱਲ ਉਸੇ ਦਿਨ ਹੀ ਕਿਆਸਰਾਈਆਂ ਸ਼ੁਰੂ ਹੋ ਗਈਆਂ ਸੀ, ਮਾਸਟਰ ਮੋਹਨ ਲਾਲ ਦੇ ਵੱਲੋਂ ਬਿਆਨ ਦੇ ਦਿੱਤਾ ਗਿਆ ਸੀ ਕਿ ਸਿੱਧੂ ਜਲਦ ਭਾਜਪਾ ਦੇ ਵਿੱਚ ਸ਼ਾਮਲ ਹੋ ਸਕਦੇ ਆ, ਸਾਡੇ ਵੱਲੋਂ ਕਵਾਇਦ ਜਾਰੀ ਹੈ। ਤਾਂ ਕਿਤੇ ਸਿੱਧੂ ਉੱਧਰ ਵੀ ਰਾਹ ਤਾਂ ਨਹੀਂ ਰੱਖਣਾ ਚਾਹੁੰਦੇ? ਆਉਣ ਵਾਲੇ ਸਮੇਂ 'ਚ ਜਿਸ ਤਰ੍ਹਾਂ ਇਲੈਕਸ਼ਨ ਨੇੜੇ ਆ ਰਹੇ ਪੰਜਾਬ ਵਿਧਾਨ ਸਭਾ ਦੇ, ਪੰਜਾਬ ਦੇ ਰਾਜਨੀਤਿਕ ਦਲਾਂ ਦੇ ਵਿੱਚ ਹੋਰ ਭੰਨ ਤੋੜ ਹੋਏਗੀ, ਕਾਫੀ ਭੰਨ ਤੋੜ ਹੋਏਗੀ, ਔਰ ਕਿਸੇ ਇੱਕ ਨਵੀਂ ਪਾਰਟੀ ਦੇ ਉਸਰਨ ਦੇ ਬਣਨ ਦੇ ਸਾਹਮਣੇ ਆਉਣ ਦੇ ਪੂਰੇ ਆਸਾਰ ਬਣੇ ਹੋਏ ਹੈ। ਔਰ ਹੋ ਸਕਦਾ ਉਸ ਦੀ ਜਿਹੜੀ ਲੀਡਰਸ਼ਿਪ ਹੈ ਉਹ ਨਵਜੋਤ ਸਿੰਘ ਸਿੱਧੂ ਦੇ ਰੂਪ ਦੇ ਵਿੱਚ ਉਭਰੇ। ਮੁੱਖ ਮੰਤਰੀ ਸਰਕਾਰ ਚਲਾਉਂਦਾ ਤੇ ਪ੍ਰਧਾਨ ਜਿਹੜਾ ਹੈਗਾ ਉਹ ਪਾਰਟੀ ਨੂੰ ਚਲਾਉਂਦਾ, ਸਭ ਨੂੰ ਨਾਲ ਲੈ ਕੇ ਚੱਲਦਾ। ਤੇ ਇਲਜ਼ਾਮ ਲੱਗ ਰਹੇ ਆ ਸੁਨੀਲ ਜਾਖੜ ਦੇ ਉੱਪਰ ਕਿ ਇਹ ਜਿਹੜਾ ਹੈਗਾ ਇਹ ਪੱਖਪਾਤੀ ਹੈ, ਪ੍ਰਧਾਨ ਪੱਖਪਾਤ ਲੈ ਕੇ ਚੱਲਦਾ ਹੈ। ਤਾਂ ਜੇ ਸਿੱਧੂ ਨੂੰ ਲਾਉਂਦੇ ਆ ਤਾਂ ਸਿੱਧੂ ਦੀ ਤਾਂ ਸਿੱਧੀ ਮੁੱਖ ਮੰਤਰੀ ਦੇ ਨਾਲ ਟਸਲ ਹੈ, ਉਹਨੂੰ ਪ੍ਰਧਾਨ ਕਿਵੇਂ ਲਾਇਆ ਜਾ ਸਕਦਾ? ਸਿੱਧੂ ਦੀ ਪ੍ਰਧਾਨਗੀ ਜਿਹੜੀ ਹੈ ਉਹ ਮੈਨੂੰ ਨਹੀਂ ਲੱਗਦਾ ਕਿ ਉਹਨੂੰ ਆਉਣ ਵਾਲੇ ਦਿਨਾਂ 'ਚ ਪ੍ਰਧਾਨ ਬਣਾਇਆ ਜਾਊਗਾ, ਕਿਉਂਕਿ ਕੇਂਦਰੀ ਲੀਡਰਸ਼ਿਪ ਜਿਹੜੀ ਹੈ ਕਾਂਗਰਸ ਦੀ ਉਹ ਇੰਨੀ ਸਟਰੋਂਗ ਨਹੀਂ ਹੈ ਕਿ ਇੱਥੋਂ ਦੇ ਲੋਕਲ ਚੀਫ ਮਿਨਿਸਟਰ ਨੂੰ ਇਗਨੋਰ ਕਰਕੇ ਕੁਝ ਕਰ ਜਾਵੇ। ਰੋਜ਼ਾਨਾ ਲੋਕਨਾਥ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਅੱਜ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਭਾਰਤ ਤੇ ਪੰਜਾਬ ਦੇ ਭਖਦੇ ਮਸਲਿਆਂ ਤੇ ਇਹਨਾਂ ਮਸਲਿਆਂ ਦੇ ਉੱਪਰ ਗੱਲਬਾਤ ਕਰਨ ਦੇ ਲਈ ਹਮੇਸ਼ਾ ਦੀ ਤਰ੍ਹਾਂ ਸਾਡੇ ਨਾਲ ਮੌਜੂਦ ਰਹਿਣਗੇ ਪ੍ਰੋਫੈਸਰ PS ਭੋਗਲ ਸਾਹਿਬ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਭੋਗਲ ਸਾਹਿਬ, ਸਵਾਗਤ ਹੈ ਪ੍ਰੋਗਰਾਮ 'ਚ। ਥੈਂਕ ਯੂ ਸੁਖਵਿੰਦਰ, ਤੁਸੀਂ ਭਖਦੇ ਮਸਲਿਆਂ ਤੇ ਗੱਲ ਕਰਨ ਵਾਸਤੇ ਆਏ ਹੋ ਤੇ ਇਸ ਤਰ੍ਹਾਂ ਲੱਗਦਾ ਜਿਵੇਂ ਪੰਜਾਬ ਤੇ ਦੇਸ਼ ਪੂਰਾ ਦਾ ਪੂਰਾ ਭਖ ਹੀ ਰਿਹਾ, ਮਸਲੇ ਹੀ ਮਸਲੇ ਹੈ। ਬਿਲਕੁਲ, ਦੇਰ ਇਜ਼ ਨੋ ਐਂਡ ਟੂ ਇਟ। ਦੱਸੋ ਕੀ ਪੁੱਛਣਾ ਚਾਹੁੰਦੇ ਹੋ? ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਾਂਗੇ ਕਿ ਪਿਛਲੇ ਵਾਰ ਜਦੋਂ ਆਪਾਂ ਗੱਲਬਾਤ ਕੀਤੀ ਸੀ ਕਿ ਰਾਹੁਲ ਗਾਂਧੀ ਪੰਜਾਬ ਆ ਰਹੇ ਨੇ ਜੀ, ਤਾਂ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਉਹਨਾਂ ਦਾ ਦੌਰਾ ਘੱਟ ਲੱਗ ਰਿਹਾ ਤੇ ਆਪਣੀ ਜਿਹੜੀ ਧੜੇਬੰਦੀ ਖਤਮ ਕਰਨ ਨੂੰ ਲੈ ਕੇ ਉਹਨਾਂ ਦਾ ਦੌਰਾ ਜ਼ਿਆਦਾ ਲੱਗ ਰਿਹਾ। ਅੱਜ ਰਾਹੁਲ ਗਾਂਧੀ ਦੇ ਦੌਰੇ ਦਾ ਆਖਰੀ ਦਿਨ ਹੈ। ਜਿਵੇਂ ਤੁਸੀਂ ਦੇਖਿਆ ਦੌਰਾ, ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਜੋ ਮੈਂ ਕਿਹਾ ਸੀਗਾ ਕਿ ਦੌਰਾ ਆਪਣੇ ਲਈ ਉਹਨਾਂ ਨੇ ਕੀਤਾ, ਨਾ ਕਿ ਕਿਸਾਨਾਂ ਦੇ ਲਈ, ਕਿ ਉਹਦੇ ਵਿੱਚ ਕੋਈ ਝੂਠ ਲੱਗ ਰਿਹਾ? ਤੁਹਾਨੂੰ ਸਮੇਂ ਉਹੋ ਜਿਹਾ ਹੀ ਲੱਗ ਰਿਹਾ? ਬਿਲਕੁਲ ਠੀਕ ਹੈ ਤੁਹਾਡੀ ਗੱਲ ਕਿ ਰਾਹੁਲ ਗਾਂਧੀ ਨੇ ਜੋ ਵੀ ਪਿਛਲੇ 2 ਦਿਨਾਂ ਦੇ ਵਿੱਚ ਇੱਥੇ ਕੀਤਾ, ਜੋ ਕੁਝ ਵੀ ਉਹ ਬੋਲੇ, ਉਹ ਤੋਂ ਅੰਦਾਜ਼ਾ ਇਹੀ ਲੱਗਦਾ ਕਿ ਉਹ ਆਪਣੀ ਇੱਥੇ ਹਾਜ਼ਰੀ ਦੇਣ ਵਾਸਤੇ ਆਏ ਸੀਗੇ। ਇੱਕ ਸਿੰਬੋਲਿਕ ਪ੍ਰੋਟੈਸਟ ਜੋ ਕਿ ਸ਼ਾਇਦ ਹੁਣ ਹਰ ਇੱਕ ਪੋਲੀਟੀਕਲ ਪਾਰਟੀ ਲਈ ਮਜਬੂਰੀ ਬਣਦਾ ਜਾ ਰਿਹਾ। ਉਹਨਾਂ ਨੇ ਆਪ ਕੁਝ ਵੀ ਕੀਤਾ ਹੋਵੇ, ਲੇਕਿਨ ਹੁਣ ਹਵਾ ਇਸ ਤਰ੍ਹਾਂ ਦੀ ਚੱਲੀ ਹੈ ਕਿ ਉਹਨਾਂ ਨੂੰ ਮਜਬੂਰਨ ਆਪਣਾ ਜਿਹੜਾ ਹੈਗਾ ਡਫਲੀ, ਆਪਣਾ ਰਾਗ ਜਿਹੜਾ ਅਲਾਪਣਾ ਪੈ ਰਿਹਾ ਹੈ। ਹੁਣ ਅਸੀਂ ਦੇਖਦੇ ਹਾਂ ਕਿ ਰਾਹੁਲ ਗਾਂਧੀ ਨੇ ਉੱਥੇ ਕੁਝ ਵੀ ਇਸ ਤਰ੍ਹਾਂ ਦਾ ਜਿਹੜਾ ਹੈਗਾ ਉਹ ਨਹੀਂ ਬੋਲਿਆ। ਇੱਕ ਤਾਂ ਉਹਨਾਂ ਨੇ ਇਹ ਕਿਹਾ ਕਿ ਜਦੋਂ ਸਾਡੀ ਸਰਕਾਰ ਆਏਗੀ ਅਸੀਂ ਇਹਨਾਂ ਕਾਨੂੰਨਾਂ ਨੂੰ, ਇਹਨਾਂ ਜਿਹੜੇ
ਐਕਟਸ ਨੇ ਇਹਨਾਂ ਨੂੰ ਅਸੀਂ ਰਾਹੁਲ ਗਾਂਧੀ ਦੇ ਇਸ ਬਿਆਨ ਤੋਂ ਲੋਕੀ ਖਾਸੇ ਨਾਰਾਜ਼ ਨੇ। ਉਹਨਾਂ ਨੇ ਕਿਹਾ ਕਿ ਜਦੋਂ ਸਾਡੀ ਸਰਕਾਰ ਆਊਗੀ ਤਾਂ ਅਸੀਂ ਇਹ ਬਿੱਲ ਪਾੜ ਕੇ ਸੁੱਟ ਦਾਂਗੇ। ਇਹਦਾ ਮਤਲਬ ਹੈ ਕਿ ਕਾਂਗਰਸ ਹਾਰ ਮੰਨ ਚੁੱਕੀ ਹੈ ਕਿ ਹੁਣ ਇਹ ਵਾਪਸ ਨਹੀਂ ਹੋਣਗੇ, ਤਾਂ ਸਿਰਫ ਉਹਨਾਂ ਦੀ ਸਰਕਾਰ ਆਉਣ ਤੇ ਇਹਨਾਂ ਬਿੱਲਾਂ ਦਾ ਹੱਲ ਹੋਊਗਾ। ਹਾਂ, ਤਾਂ ਫਿਰ ਇਹ ਪ੍ਰੋਟੈਸਟ ਕਰਨ ਦੀ ਕੋਈ ਲੋੜ ਨਹੀਂ ਸੀ। ਉਹ ਦਿੱਲੀ ਬੈਠੇ ਰਹਿੰਦੇ ਤੇ ਉੱਥੇ ਬੈਠ ਕੇ ਕਹਿ ਦਿੰਦੇ ਕਿ ਅਸੀਂ ਜਦੋਂ 2024 ਚ ਇਲੈਕਸ਼ਨਾਂ ਹੋਈਆਂ, ਜੇ ਸਾਡੀ ਸਰਕਾਰ ਉਦੋਂ ਆਉਂਦੀ ਹੈ ਤੇ ਫਿਰ ਅਸੀਂ ਇਹਨਾਂ ਨੂੰ ਨਿਰਸਤ ਕਰ ਦਿਆਂਗੇ। ਉਸ ਤੋਂ ਉਦੋਂ ਤੱਕ ਤਾਂ ਕੋਈ ਕਹਿਣ ਦੀ ਲੋੜ ਹੀ ਨਹੀਂ ਸੀਗੀ। ਤੇ ਇਹ ਸਾਰਾ ਕੁਝ ਜੋ ਹੋਇਆ, ਇੱਥੋਂ ਉਹਨਾਂ ਦੀ ਬੜੀ ਮਜਬੂਰੀ ਜ਼ਾਹਰ ਹੁੰਦੀ ਹੈ, ਜਦੋਂ ਕਿ ਇਹੋ ਜਿਹੀ ਸਥਿਤੀ ਨਹੀਂ ਹੈ। ਭਾਰਤ ਦੇ ਕਈ ਪ੍ਰਾਂਤਾਂ ਦੇ ਵਿੱਚ ਕਾਂਗਰਸ ਦੀਆਂ ਸਰਕਾਰਾਂ ਹੈਗੀਆਂ ਤੇ ਉਹਨਾਂ ਸਰਕਾਰਾਂ ਜਿੱਥੇ ਜਿੱਥੇ ਉਹਨਾਂ ਦੀ ਸਰਕਾਰ ਹੈ ਉੱਥੇ ਉੱਥੇ ਉਹ ਪ੍ਰੈਸ਼ਰ ਬਿਲਡ ਕਰ ਸਕਦੇ, ਅਸੈਂਬਲੀਜ਼ ਦੇ ਵਿੱਚ ਬਿੱਲ ਪਾਸ ਕਰ ਸਕਦੇ ਹੈ। ਉਹਨਾਂ ਦੇ 55 ਮੈਂਬਰ ਪਾਰਲੀਮੈਂਟ ਲੋਕ ਸਭਾ ਦੇ ਵਿੱਚ ਦਿੱਲੀ ਬੈਠੇ ਹੈ, ਰਾਜ ਸਭਾ ਦੇ ਮੈਂਬਰ ਹੈ, ਹੋਰ ਦਿੱਲੀ ਜਾ ਸਕਦੇ, ਦਿੱਲੀ ਦੀ ਰਾਜਧਾਨੀ 'ਚ ਬੈਠ ਕੇ ਇੱਕ ਮੈਸਿਵ ਪ੍ਰੋਟੈਸਟ ਕਰ ਸਕਦੇ ਸੀ, ਪਬਲਿਕ ਓਪੀਨੀਅਨ ਬਣਾ ਸਕਦੇ ਸੀ। ਇਹ ਇਤਰਾਜ਼ ਲੋਕਾਂ ਵੱਲੋਂ ਵੀ ਜਤਾਇਆ ਜਾ ਰਿਹਾ, ਪੰਜਾਬ ਦੀਆਂ ਵਿਰੋਧੀ ਰਾਜਨੀਤਿਕ ਦਲਾਂ ਦੇ ਵੱਲੋਂ ਵੀ ਇਤਰਾਜ਼ ਜਤਾਇਆ ਜਾ ਰਿਹਾ। ਉਹ ਕਹਿੰਦੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਦਿੱਲੀ ਜਾ ਕੇ ਪ੍ਰੋਟੈਸਟ ਕਰਨ ਦੀ, ਔਰ ਰਾਹੁਲ ਗਾਂਧੀ ਪੰਜਾਬ ਆ ਰਹੇ ਨੇ ਆਪਣੀ ਸਿਆਸਤ ਪਖਾਉਣ ਦੇ। ਬਿਲਕੁਲ ਸਹੀ ਪ੍ਰੋਟੈਸਟ ਜਿਹੜਾ ਹੈ ਰੋਸ ਜਤਾਇਆ ਜਾ ਰਿਹਾ, ਕਿਉਂਕਿ ਸਟੇਟਸ ਦੇ ਵਿੱਚ ਤਾਂ ਆਲਰੇਡੀ ਸਾਡੀਆਂ 31 ਕਿਸਾਨ ਜਥੇਬੰਦੀਆਂ ਰੇਲ ਰੋਕੀ ਬੈਠੀਆਂ, ਸ਼ੰਭੂ ਦੇ ਉੱਤੇ ਪ੍ਰੋਟੈਸਟ ਲੱਗਿਆ ਹੋਇਆ। ਉਹਦੇ ਵਿੱਚ ਕਾਂਗਰਸ ਦੇ ਜਾਂ ਅਕਾਲੀ ਦਲ ਦੇ ਜਾਂ ਕਿਸੇ ਹੋਰ ਪੋਲੀਟੀਕਲ ਪਾਰਟੀ ਦੀ ਜਿਹੜੀ ਕੋਈ ਸਿੰਬੋਲਿਕ ਪ੍ਰੈਜ਼ੈਂਸ ਹੈ ਉਹ ਮਾਇਨੇ ਨਹੀਂ ਰੱਖਦੀ। ਇਹ ਕੰਮ ਜਿਹੜਾ ਹੈਗਾ ਦਿੱਲੀ ਕੀਤਾ ਜਾਣਾ ਚਾਹੀਦਾ ਸੀ, ਜਿੱਥੇ ਭਾਰਤ ਸਰਕਾਰ ਬੈਠੀ ਹੈ, ਤਾਂ ਕਿ ਉਹਨਾਂ ਦੇ ਉੱਤੇ ਕੋਈ ਪ੍ਰੈਸ਼ਰ ਬਿਲਟ ਅਪ ਜੇ ਹੋ ਸਕਦਾ ਤਾਂ ਫਾਇਦਾ ਸੀਗਾ। ਤੇ ਮੋਰਓਵਰ ਜੇ ਉਹ ਜ਼ਿਆਦਾ ਸਿੰਸੀਅਰ ਹੁੰਦੇ ਤੇ ਕੋਈ ਇਸ ਤਰ੍ਹਾਂ ਦੀ ਲੀਡ ਲੈਂਦੇ, ਉਹ ਨੈਸ਼ਨਲ ਲੈਵਲ ਦੇ ਲੀਡਰ ਹੋਣ ਦਾ ਕਲੇਮ ਕਰਦੇ ਆ, ਇੱਕ ਨੈਸ਼ਨਲ ਲੈਵਲ ਦੀ ਪਾਰਟੀ ਦੇ ਉਹ ਸਾਬਕਾ ਪ੍ਰਧਾਨ ਰਹੇ ਜਾਂ ਹੁਣ ਇਹ ਵੀ ਹੋ ਸਕਦਾ ਫਿਊਚਰ 'ਚ ਫਿਰ ਪ੍ਰਧਾਨ ਬਣਨ, ਉਹਨਾਂ ਦੇ ਪ੍ਰਧਾਨ ਮੰਤਰੀ ਦੇ ਕੈਂਡੀਡੇਟ ਹੈ। ਉਹਨਾਂ ਨੂੰ ਨੈਸ਼ਨਲ ਲੈਵਲ ਦੇ ਉੱਤੇ ਇੱਕ ਇਸ ਤਰ੍ਹਾਂ ਦੀ ਮੂਵਮੈਂਟ ਬਿਲਡ ਕਰਨ ਦੇ ਵਿੱਚ ਰੋਲ ਅਦਾ ਕਰਨਾ ਚਾਹੀਦਾ ਸੀ, ਜਿਹਦੇ ਨਾਲ ਇਸ ਮੌਜੂਦਾ ਗਵਰਨਮੈਂਟ ਦੇ ਉੱਤੇ ਪ੍ਰੈਸ਼ਰ ਪੈਂਦਾ, ਔਰ ਉਹ ਗਵਰਨਮੈਂਟ ਜਿਹੜੀ ਹੈ ਕਿਸਾਨ ਯੂਨੀਅਨ ਆਲਰੇਡੀ ਉਹਨਾਂ ਦੇ ਨਾਲ ਹੁੰਦੀਆਂ, ਔਰ ਉਹ ਗਵਰਨਮੈਂਟ ਮਜਬੂਰ ਹੋ ਜਾਂਦੀ ਕੋਈ ਗੱਲਬਾਤ ਕਰਨ ਦੇ ਵਿੱਚ, ਕੋਈ ਤਰਮੀਮ ਕਰਨ ਦੇ ਵਿੱਚ। ਲੇਕਿਨ ਅਨਫੋਰਚੂਨੇਟਲੀ ਇਸ ਤਰ੍ਹਾਂ ਦਾ ਕੁਝ ਨਹੀਂ ਹੋਇਆ ਤੇ ਉਹਨਾਂ ਨੇ ਤੇ ਵਾਕਈ ਜਿਸ ਤਰ੍ਹਾਂ ਤੁਸੀਂ ਕਿਹਾ ਇੱਕ ਹਾਰ ਹੀ ਮੰਨ ਲਈ ਕਿ 2024 ਦੇ ਵਿੱਚ ਸਰਕਾਰ ਆਏਗੀ ਤੇ ਫਿਰ ਅਸੀਂ ਦੇਖਾਂਗੇ। ਜਿਸ ਤਰੀਕੇ ਦੇ ਨਾਲ ਦੌਰਾ ਰਿਹਾ ਉਹਨਾਂ ਦਾ, ਤੁਸੀਂ ਕਿਵੇਂ ਦੇਖਦੇ ਹੋ ਕਿ ਜ਼ਿਆਦਾਤਰ ਤਾਂ ਉਹਨਾਂ ਦਾ ਜ਼ੋਰ ਪਹਿਲਾਂ ਸਿੱਧੂ ਨੂੰ ਮਨਾਉਣ ਤੇ ਲੱਗਿਆ ਰਿਹਾ, ਅੱਜ ਤੇ ਆਖਰੀ ਦਿਨ ਜਿਹੜਾ ਹੈਗਾ ਅੱਜ ਪ੍ਰਤਾਪ ਸਿੰਘ ਬਾਜਵਾ ਤੇ ਦੂਲੋ ਨੂੰ ਮਨਾਉਣ ਤੇ ਲੱਗੇ ਰਹੇ, ਦੂਜੇ ਦਿਨ ਸਿੱਧੂ ਆਏ ਨਹੀਂ ਉੱਥੋਂ ਮੁੜ ਕੇ, ਉਸ ਤੋਂ ਬਾਅਦ ਅੱਜ ਪ੍ਰਤਾਪ ਸਿੰਘ ਬਾਜਵਾ ਤਾਂ ਨਜ਼ਰ ਆਏ ਪਰ ਦੂਲੋ ਫਿਰ ਨਹੀਂ ਨਜ਼ਰ ਆਏ। ਇੱਕ ਇਹੀ ਗੱਲ ਬਾਰ-ਬਾਰ ਕਹੀ ਜਾ ਰਹੀ ਹੈ ਕਿ ਇਕਜੁੱਟਤਾ ਸਾਡੀ। ਇਟ ਵਾਸ ਅ ਟੋਟਲੀ ਲੈਕਲਸਟਰ ਕਾਈਂਡ ਆਫ ਪਰਫਾਰਮੈਂਸ। ਕੁਛ ਇਹਦੇ ਚੋਂ ਨਿਕਲਿਆ ਨਹੀਂ, ਕੁਛ ਹੋਇਆ ਨਹੀਂ। ਜੇ ਇਹੀ ਸਮਝਿਆ ਜਾਂਦਾ ਕਿ ਉਹਨਾਂ ਦਾ ਮਕਸਦ ਸੀ ਸਿੱਧੂ ਨੂੰ ਕਿਸੇ ਤਰ੍ਹਾਂ ਮਨਾਉਣਾ ਜਾਂ ਸਿੱਧੂ ਨੂੰ ਅੱਗੇ ਲਿਆਉਣਾ ਜਾਂ ਕਾਂਗਰਸ ਦਾ ਇਕਜੁੱਟ ਫੇਸ ਜਿਹੜਾ ਹੈ ਪ੍ਰੈਜ਼ੈਂਟ ਕਰਨਾ, ਤਾਂ ਮੈਂ ਸਮਝਦਾ ਉਹਦੇ ਵਿੱਚ ਵੀ ਉਹ ਕਾਮਯਾਬ ਨਹੀਂ ਨਜ਼ਰ ਆਏ ਤੇ ਬਸ ਆਪਣੀ ਖਾਣਾ ਪੂਰੀ ਕਰਕੇ ਆਪਣਾ ਜਿਹੜਾ ਕਾਰਵਾਈ ਪਾ ਕੇ ਤੇ ਉਹ ਦਿੱਲੀ ਚਲੇ ਜਾਣਗੇ। ਕੱਲ ਤੋਂ ਸ਼ਾਇਦ ਉਹਨਾਂ ਦੇ ਹਰਿਆਣੇ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਹੈਗੇ ਆ ਉਹ ਕਾਰਵਾਈਆਂ ਹੈਗੀਆਂ ਤੇ ਬਸ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਕਿ ਮਹਿਜ਼ ਇੱਕ ਖਾਣਾ ਪੂਰੀ ਕੀਤੀ ਜਾ ਰਹੀ ਹੈ, ਕਿਸੇ ਕਿਸਮ ਦਾ ਉਹ ਪੋਜ਼ਿਟਿਵ ਜਾਂ ਕੰਸਟਰਕਟਿਵ ਰੋਲ ਇਸ ਮੁਜ਼ਾਹਰੇ ਦੇ ਵਿੱਚ, ਇਸ ਪ੍ਰੋਟੈਸਟ ਦੇ ਵਿੱਚ ਕ੍ਰੀਏਟ ਨਹੀਂ ਕਰ ਪਾਏ। ਇਹ ਇਸ ਤਰੀਕੇ ਨਾਲ ਮੈਂ ਇਹਨੂੰ ਦੇਖਦਾ। ਕੱਲ ਦਾ ਜਿਹੜਾ ਪਰਸੋਂ ਦਾ ਜੇ ਆਪਾਂ ਗੱਲ ਕਰੀਏ, ਨਵਜੋਤ ਸਿੰਘ ਸਿੱਧੂ ਹੋਰੀ ਸਟੇਜ ਤੇ ਆਏ, ਜਿਸ ਤਰੀਕੇ ਨਾਲ ਉੱਥੇ ਤਲਖੀ ਉਹਨਾਂ ਸਾਰਿਆਂ ਦੇ ਵਿੱਚ ਆਪਸ 'ਚ ਦੇਖਣ ਨੂੰ ਮਿਲੀ, ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਇੰਨਾ ਸਭ ਕੁਝ ਹੋਣ ਦੇ ਬਾਵਜੂਦ ਹੁਣ ਜਿਹੜਾ ਉਹਨਾਂ ਦੀ ਵਿਰੋਧਤਾ ਜਾਂ ਕੁਝ ਆਪਸ ਦੇ ਵਿੱਚ ਤਲਖੀ ਚੱਲ ਰਹੀ ਹੈ ਉਹ ਕੁਝ ਘਟੇਗੀ ਜਾਂ ਇਹ ਦੌਰਾ ਇੱਕ ਵਾਰ ਫਿਰ ਤੋਂ ਹੋਰ ਇਹਨਾਂ ਨੂੰ ਵਧਾ ਦੇਵੇਗਾ? ਇਸ ਸਾਰੇ ਐਪੀਸੋਡ ਦੇ ਵਿੱਚ ਮੇਰੀ ਹਮਦਰਦੀ ਹਰੀਸ਼ ਰਾਵਤ ਉਹਨਾਂ ਨਾਲ ਜਾਂਦੀ ਹੈ। ਉਹ ਕਈ ਦਿਨਾਂ ਤੋਂ ਸਿੱਧੂ ਨੂੰ ਮਨਾਉਣ ਲੱਗੇ ਹੋਏ ਸੀ। ਸਿੱਧੂ ਦੇ ਹੱਕ ਦੇ ਵਿੱਚ ਉਹਨਾਂ ਨੇ ਬੜੇ ਸਟਰੋਂਗ ਬਿਆਨ ਵੀ ਦਿੱਤੇ, ਲੇਕਿਨ ਸਿੱਧੂ ਸਾਹਿਬ ਨੂੰ ਜਦੋਂ ਸਟੇਜ ਦੇ ਉੱਤੇ ਆਏ, ਜਿੰਨਾ ਵੀ ਉਹਨਾਂ ਨੂੰ ਮੌਕਾ ਮਿਲਿਆ ਬੜੇ ਜੋਸ਼ ਦੇ ਵਿੱਚ ਆਏ, ਲੇਕਿਨ ਅੰਦਰੋਂ ਉਹਨਾਂ ਨੇ ਕੁਝ ਵੀ ਨਵੀਂ ਗੱਲ ਨਹੀਂ ਕੀਤੀ। ਠੁੱਸ ਜੋ ਉਹਨਾਂ ਦਾ ਇੱਕ ਆਪਣਾ ਸਟਾਈਲ ਹੈ ਲਾਫਟਰ ਚੈਨਲ ਵਾਲਾ, ਉਸੇ ਸਟਾਈਲ 'ਚ ਉਹਨਾਂ ਨੇ ਭਾਸ਼ਣ ਦਿੱਤਾ। ਬਹੁਤ ਕੁਝ ਕਰ ਸਕਦੇ ਸੀ ਉਹਨਾਂ 5-10 ਮਿੰਟਾਂ ਦੇ ਵਿੱਚ, ਉਹ ਜੇ ਚਾਹੁੰਦੇ ਤਾਂ। ਇਸ ਤੋਂ ਪਹਿਲਾਂ ਵੀ ਪੂਰਾ ਸਾਲ ਉਹਨਾਂ ਦੇ ਕੋਲ ਸੀ, ਉਹ ਬੋਲੇ ਹੀ ਨਹੀਂ। ਬਹੁਤ ਕੁਝ ਕਰ ਸਕਦੇ ਸੀ ਉਦੋਂ ਵੀ, ਇੰਨੇ ਮਸਲੇ ਆਏ, ਇੰਨੇ ਮੁੱਦੇ ਆਏ, ਉਹ ਆਪਣੇ ਆਪ ਨੂੰ ਪੋਲੀਟੀਕਲੀ ਪੂਰੀ ਤਰੀਕੇ ਨਾਲ ਸੈਂਟਰ ਸਟੇਜ ਲਿਆ ਸਕਦੇ ਸੀ। ਮੋਦੀ ਦਾ ਆਪਣੀ ਸਪੀਚ ਦੇ ਦੌਰਾਨ ਉਹਨਾਂ ਨੇ ਇੱਕ ਵਾਰੀ ਵੀ ਨਾਮ ਨਹੀਂ ਲਿਆ। ਕਿਤੇ ਜਿਸ ਤਰੀਕੇ ਦੇ ਨਾਲ ਕੱਲ ਉਸੇ ਦਿਨ ਹੀ ਕਿਆ ਸਰਾਈਆਂ ਸ਼ੁਰੂ ਹੋ ਗਈਆਂ ਸੀ, ਮਾਸਟਰ ਮੋਹਨ ਲਾਲ ਦੇ ਵੱਲੋਂ ਬਿਆਨ ਦੇ ਦਿੱਤਾ ਗਿਆ ਸੀ ਕਿ ਸਿੱਧੂ ਜਲਦ ਭਾਜਪਾ ਦੇ ਵਿੱਚ ਸ਼ਾਮਿਲ ਹੋ ਸਕਦੇ ਆ, ਸਾਡੇ ਵੱਲੋਂ ਕਵਾਇਦ ਜਾਰੀ ਹੈ, ਤਾਂ ਕਿਤੇ ਸਿੱਧੂ ਉਧਰ ਵੀ ਰਾਹ ਤਾਂ ਨਹੀਂ ਰੱਖਣਾ ਚਾਹੁੰਦੇ? ਦੇਖੋ, ਪੋਲਿਟਿਕਸ ਦੇ ਵਿੱਚ ਖਾਸ ਤੌਰ ਤੇ ਸਾਡੇ ਇੰਡੀਅਨ ਪੋਲਿਟਿਕਸ ਦੇ ਵਿੱਚ ਕੁਝ ਵੀ ਹੋ ਸਕਦਾ ਹੈ। ਕੋਈ ਵੀ ਜਿਹੜੀ ਚੀਜ਼ ਸਰਪ੍ਰਾਈਜ਼ ਨਹੀਂ ਕਰਦੀ। ਮੈਂ ਸਰਟਨਲੀ ਕੁਝ ਨਹੀਂ ਕਹਿ ਸਕਦਾ, ਲੇਕਿਨ ਇਸ ਚੀਜ਼ ਤੋਂ ਇਨਕਾਰ ਵੀ ਕੀਤਾ ਨਹੀਂ ਜਾ ਸਕਦਾ, ਕਿਉਂਕਿ ਹਰ ਗੱਲ ਤੋਂ ਅਸੀਂ ਅੰਦਾਜ਼ਾ ਲਗਾਉਂਦੇ ਹਾਂ। ਜਿਸ ਤਰ੍ਹਾਂ ਤੁਸੀਂ ਕਿਹਾ, ਉਹਨਾਂ ਨੇ ਮੋਦੀ ਦਾ ਕੋਈ ਨਾਮ ਨਹੀਂ ਲਿਆ। ਕੇਂਦਰ ਸਰਕਾਰ ਦੇ ਉੱਤੇ ਉਹਨੇ ਕੋਈ ਕਿਸੇ ਕਿਸਮ ਦੀ ਉਹਨਾਂ ਨੇ ਆਪਣੀ ਜਿਹੜੀ ਛੀਟਾਕਸ਼ੀ ਨਹੀਂ ਕੀਤੀ, ਜਿਹੜੀ ਕਿ ਅਕਸਰ ਉਹ ਕਰਨ ਦੇ ਵਿੱਚ ਬੜੇ ਮਾਹਰ ਹੈਗੇ ਆ। ਸੋ ਔਰ ਪਿੱਛੇ ਜੇ ਕੁਝ ਮਹੀਨਿਆਂ ਪਹਿਲਾਂ ਮਿਸਿਸ ਸਿੱਧੂ ਨੇ ਵੀ ਕੁਝ ਇਸ ਤਰ੍ਹਾਂ ਦਾ ਬਿਆਨ ਦਿੱਤਾ ਸੀਗਾ, ਤੇ ਮਾਸਟਰ ਮੋਹਨ ਲਾਲ ਜਾਂ ਹੋਰ ਜਿੰਨੇ ਵੀ ਬੀਜੇਪੀ ਦੇ ਲੀਡਰ ਜੇ ਕੋਈ ਇਹੋ ਜਿਹੀ ਗੱਲ ਕਰਦਾ
ਤਾਂ ਉਸ ਨੂੰ ਅਸੀਂ ਫਿਰ ਇਹਨਾਂ ਨੂੰ ਕੋਈ ਨਾ ਕੋਈ ਇਸ ਤਰ੍ਹਾਂ ਦਾ ਹਿੰਟ ਜਾਂ ਇਹੋ ਜਿਹਾ ਕੋਈ ਬਾਡੀ ਲੈਂਗੁਏਜ ਦੇ ਨਾਲ ਕੋਈ ਇਸ਼ਾਰਾ ਦੇਣਾ ਚਾਹੀਦਾ ਸੀ ਕਿ ਇਹ ਗਲਤ ਹੈ ਜਾਂ ਸਹੀ ਹੈ। ਲੇਕਿਨ ਟਰੂ ਟੂ ਦ ਇੰਡੀਅਨ ਪੋਲਿਟਿਕਸ ਸਟਾਈਲ ਹੀ ਇਜ਼ ਕੀਪਿੰਗ ਹਿਸ ਕਾਰਡਸ ਕਲੋਜ਼ ਟੂ ਦ ਚੈਸਟ। ਉਹ ਆਪਣੇ ਜਿਹੜੇ ਕਾਰਡ ਹੈ ਉਹ ਦੱਸਣਾ ਨਹੀਂ ਚਾਹੁੰਦੇ, ਤੇ ਇਸ ਕਰਕੇ ਫਿਰ ਸ਼ੱਕ ਵਾਜਿਬ ਵੀ ਹੋ ਸਕਦਾ, ਇਹ ਹੋ ਵੀ ਸਕਦਾ ਤੇ ਨਹੀਂ ਵੀ ਹੋ ਸਕਦਾ। ਇਹਨੂੰ ਆਪਾਂ ਇਸ ਤਰ੍ਹਾਂ ਹੀ ਲਵਾਂਗੇ ਜਦ ਤੱਕ ਫਾਈਨਲੀ ਕੁਝ ਨਹੀਂ ਕਰਦੇ ਉਹ। ਪਰ ਤੁਸੀਂ ਦੇਖਦੇ ਹੋ ਕਿ ਜਿਸ ਤਰੀਕੇ ਦੇ ਇਹ ਖੇਤੀ ਬਿੱਲ ਕਾਨੂੰਨ ਜਿਹੜੇ ਪਾਸ ਹੋਣ ਤੋਂ ਬਾਅਦ ਬੀਜੇਪੀ ਦੀ ਸਥਿਤੀ ਹੈ ਪੰਜਾਬ ਦੇ ਵਿੱਚ, ਅਜਿਹੀ ਸਥਿਤੀ ਦੇ ਵਿੱਚ ਸਿੱਧੂ ਬੀਜੇਪੀ ਦੇ ਵਿੱਚ ਦੁਬਾਰਾ ਵਾਪਸ ਜਾਣਾ ਚਾਹਣਗੇ? ਲੱਗਦਾ ਤੇ ਨਹੀਂ, ਕਿਉਂਕਿ ਪੰਜਾਬ ਦੇ ਵਿੱਚ ਇੱਕ ਜਨਰਲ এনवायरमेंट ਜਿਹੜਾ ਹੈ, ਪੋਲੀਟੀਕਲ এনवायरमेंट, ਉਹ ਬੀਜੇਪੀ ਦੇ ਐਂਟੀ ਚੱਲ ਰਿਹਾ ਹੈਗਾ ਇਸ ਸਾਰਾ ਕੁਝ ਹੋਣ ਦੇ ਨਾਲ। ਸੋ ਅਜਿਹੇ ਹਾਲਤ ਦੇ ਵਿੱਚ ਜੇ ਉਹਨਾਂ ਦੀ ਫੋਕਸ, ਜੇ ਉਹਨਾਂ ਦੀ ਅੱਖ ਪੰਜਾਬ ਦੀ ਰਾਜਨੀਤੀ ਤੇ ਹੈ, ਯਾਨੀ ਉਹ ਬੀਜੇਪੀ ਦੇ ਵੱਲੋਂ ਪੰਜਾਬ ਦੇ ਭਾਵੀ ਮੁੱਖ ਮੰਤਰੀ ਬਣਨ ਦਾ ਜੇ ਉਹ ਸੁਪਨਾ ਦੇਖ ਰਹੇ ਹੈ, ਤੇ ਫਿਰ ਤੇ ਨਹੀਂ ਮੇਰੇ ਖਿਆਲ ਉਹਨਾਂ ਨੂੰ ਜਾਣਾ ਚਾਹੀਦਾ। ਜੇ ਉਹਨਾਂ ਦਾ ਕੁਝ ਹੋਰ ਡਿਜ਼ਾਈਨ ਹੈ ਤਾਂ ਫਿਰ ਇਹ ਹੋ ਸਕਦਾ। ਇਹ ਵੀ ਕਿਆਸਰ ਆਈ ਲੱਗ ਰਹੀ ਹੈ, ਕੁਝ ਬਿਆਨ ਆਏ ਹੈ ਕਿ ਸਿੱਧੂ ਇੱਕ ਕੁਝ ਲੋਕਾਂ ਨਾਲ ਮਿਲ ਕੇ ਇੱਕ ਨਵੀਂ ਪਾਰਟੀ ਦਾ ਗਠਨ ਦੇ ਬਾਰੇ ਵੀ ਸੋਚ ਰਹੇ। ਆਪਾਂ ਜ਼ਿਕਰ ਵੀ ਕੀਤਾ ਸੀਗਾ ਉਸ ਦਿਨ ਆਪਾਂ ਇਹਦੇ ਵਿੱਚ, ਬਿਲਕੁਲ ਵੀ ਸਿੱਧੂ ਜੇ ਅਲੱਗ ਤੌਰ ਤੇ ਜੇ ਬਣਾਉਂਦੇ ਆ ਪਾਰਟੀ ਤਾਂ ਹੋ ਸਕਦਾ ਕਿ ਵੱਡੇ ਕਾਂਗਰਸੀ ਲੀਡਰ ਵੀ ਭੱਜ ਜਾਣ, ਅਕਾਲੀ ਵਾਲੇ ਵੀ ਭੱਜ ਜਾਣ, ਤੇ ਬੀਜੇਪੀ ਵਾਲੇ ਜਾਂ ਫਿਰ ਆਮ ਆਦਮੀ ਪਾਰਟੀ ਵਾਲੇ ਵੀ ਭੱਜ ਜਾਣ, ਤਾਂ ਹੋ ਸਕਦਾ ਸਿੱਧੂ ਦਾ ਫਰੰਟ ਦੂਜੀ ਪਾਰਟੀ ਦੇ ਨਾਲੋਂ ਵਿੱਚ ਜਾਣ ਨਾਲੋਂ ਆਪਦਾ ਜਿਹੜਾ ਫਰੰਟ ਉਹ ਬਣਾਉਣ ਉਹ ਤਕੜਾ ਹੋ ਸਕਦਾ। ਦੇਖੋ ਮੇਰੀ ਇਹ ਇੱਕ ਇਨਸਾਈਟ ਹੈ ਬੀਇੰਗ ਅ ਪੋਲੀਟੀਕਲ ਐਨਾਲਿਸਟ ਕਿ ਆਉਣ ਵਾਲੇ ਸਮੇਂ 'ਚ ਜਿਸ ਤਰ੍ਹਾਂ ਇਲੈਕਸ਼ਨ ਨੇੜੇ ਆ ਰਹੇ ਪੰਜਾਬ ਵਿਧਾਨ ਸਭਾ ਦੇ, ਪੰਜਾਬ ਦੇ ਰਾਜਨੀਤਿਕ ਦਲਾਂ ਦੇ ਵਿੱਚ ਹੋਰ ਭੰਨ ਤੋੜ ਹੋਏਗੀ, ਕਾਫੀ ਭੰਨ ਤੋੜ ਹੋਏਗੀ, ਔਰ ਕਿਸੇ ਇੱਕ ਨਵੀਂ ਪਾਰਟੀ ਦੇ ਉਸਰਨ ਦੇ ਬਣਨ ਦੇ ਸਾਹਮਣੇ ਆਉਣ ਦੇ ਪੂਰੇ ਆਸਾਰ ਬਣੇ ਹੋਏ ਹੈ। ਔਰ ਹੋ ਸਕਦਾ ਉਸ ਦੀ ਜਿਹੜੀ ਲੀਡਰਸ਼ਿਪ ਹੈ ਉਹ ਨਵਜੋਤ ਸਿੰਘ ਸਿੱਧੂ ਦੇ ਰੂਪ ਦੇ ਵਿੱਚ ਉਭਰੇ, ਪਰ ਨਵਜੋਤ ਸਿੰਘ ਸਿੱਧੂ ਨੂੰ ਹੁਣ ਮਿਹਨਤ ਬਹੁਤ ਕਰਨੀ ਪਏਗੀ, ਕਿਉਂਕਿ ਨਵਜੋਤ ਸਿੰਘ ਸਿੱਧੂ ਬਹੁਤ ਸਾਰੀਆਂ ਗੱਲਾਂ ਦੇ ਉੱਤੇ ਆਪਣਾ ਸਟੈਂਡ ਵਾਜ਼ੇ ਨਹੀਂ ਕਰ ਪਾ ਰਹੇ। ਉਹ ਬੋਲਦੇ ਆ, ਜੋਸ਼ 'ਚ ਲਿਆਉਂਦੇ ਆ, ਆਪਣੇ ਜਿਹੜੇ ਉਹ ਉਹਨਾਂ ਦੇ ਪ੍ਰਸਿੱਧ ਥੀਏਟਰੀਕਲਸ ਉਹ ਵੀ ਕਰਦੇ ਆ, ਲੋਕ ਉਹਨਾਂ ਨੂੰ ਸੁਣਨ ਲਈ ਉਤਾਵਲੇ ਵੀ ਰਹਿੰਦੇ ਆ, ਲੇਕਿਨ ਕਿਤੇ ਨਾ ਕਿਤੇ ਉਹ ਸਾਰੇ ਦੇ ਵਿੱਚ ਲੋਕ ਇਹ ਵੀ ਚਾਹੁੰਦੇ ਆ ਕਿ ਸਿੱਧੂ ਕੋਈ ਕੰਮ ਦੀ ਗੱਲ ਵੀ ਤਾਂ ਕਰਨ ਨਾ। ਲੇਕਿਨ ਉਹ ਆਪਣੀ ਉਸਦੀ ਇੱਕ ਗੱਲ ਕਹਿ ਕੇ ਮੈਂ ਬੈਠਾ ਰਿਹਾ, ਜਿਸ ਤਰ੍ਹਾਂ ਉਹਨਾਂ ਨੇ ਇਸ ਰੈਲੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਨੂੰ ਅੱਜ ਬੋਲਣ ਦਿਓ, ਮੈਂ ਆਹ ਕਰ ਦੂੰਗਾ, ਮੈਂ ਉਹ ਕਰ ਦੂੰਗਾ, ਬਾਅਦ ਦੇ ਵਿੱਚ ਉਹਨਾਂ ਨੇ ਫਿਰ ਕੋਈ ਉਸ ਤਰ੍ਹਾਂ ਦੀ ਕੋਈ ਗੱਲ ਵੀ ਨਹੀਂ ਕੀਤੀ। ਸੋ ਇਸ ਕਰਕੇ ਨਿਰਾਸ਼ਾ ਵੀ ਹੈ ਲੋਕਾਂ ਦੇ ਵਿੱਚ, ਤੋ ਲੋਕ ਉਹਨਾਂ ਨੂੰ ਪਸੰਦ ਕਰਦੇ ਆ, ਲੇਕਿਨ ਨੋ ਡਾਊਟ ਇਸ ਕਰਕੇ ਲੋਕਾਂ 'ਚ ਨਿਰਾਸ਼ਾ ਵੀ ਹੈ। ਔਰ ਜੇ ਨਿਰਾਸ਼ਾ ਦਾ ਆਲਮ ਸਿੱਧੂ ਦੇ ਪ੍ਰਤੀ ਲੋਕਾਂ ਦਾ ਇਸ ਤਰ੍ਹਾਂ ਚੱਲਦਾ ਰਿਹਾ ਤੇ ਫਿਰ ਇਲੈਕਸ਼ਨ ਦੇ ਵਿੱਚ ਜਾਂ ਇਲੈਕਟੋਰਲ ਪੋਲਿਟਿਕਸ ਦੇ ਵਿੱਚ ਉਹ ਕੋਈ ਬਹੁਤਾ ਜ਼ਿਆਦਾ ਫਾਇਦੇਮੰਦ ਨਹੀਂ ਹੋਏਗਾ, ਕਿਉਂਕਿ ਆਖਿਰਕਾਰ ਲੋਕ ਕੁਝ ਜਿਹੜਾ ਹੈ ਉਹ ਇਹ ਵੀ ਚਾਹੁੰਦੇ ਆ ਕਿ ਕੁਝ ਉਹਨਾਂ ਦੇ ਨਾਲ ਵਾਅਦੇ ਕੀਤੇ ਜਾਣ, ਕੁਝ ਉਹਨਾਂ ਦੇ ਨਾਲ ਐਸੀਆਂ ਗੱਲਾਂ ਕੀਤੀਆਂ ਜਾਣ ਜਿਹੜੀਆਂ ਸਾਡੇ ਭਵਿੱਖ ਵਾਲੇ ਪਾਸੇ ਕੋਈ ਇਸ਼ਾਰਾ ਕਰਨ, ਜਿਹੜੀਆਂ ਕਿ ਹਜੇ ਤੱਕ ਉਹ ਨਹੀਂ ਕਰ ਪਾ ਰਹੇ। ਅੱਜ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਹਰੀਸ਼ ਰਾਵਤ ਮਨਾ ਕੇ ਲੈ ਕੇ ਆਏ ਸੀ ਰੈਲੀ ਦੇ ਵਿੱਚ। ਹਾਲਾਂਕਿ ਜਦੋਂ ਪ੍ਰਤਾਪ ਸਿੰਘ ਬਾਜਵਾ ਨੇ ਭਾਸ਼ਣ ਦੇਣਾ ਸੀ ਤਾਂ ਸੁਨੀਲ ਜਾਖੜ ਦਾ ਤੇ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਜ਼ਰੂਰ ਲਿਆ, ਪਰ ਕੈਪਟਨ ਨੇ ਤੇ ਜਾਖੜ ਨੇ ਬਿਲਕੁਲ ਵੀ ਉਹਨਾਂ ਦਾ ਬੈਠਿਆਂ ਦਾ ਸਟੇਜ ਦੇ ਉੱਪਰ ਨਾਮ ਨਹੀਂ ਲਿਆ। ਤੁਹਾਨੂੰ ਲੱਗਦਾ ਕਿ ਇਹ ਤਲਖੀ ਜਿਹੜੀ ਇਹਨਾਂ ਦੀ ਹਰੀਸ਼ ਰਾਵਤ ਮਟਾ ਪਾਉਣਗੇ? ਦੇਖੋ ਹਰੀਸ਼ ਰਾਵਤ ਇੱਕ ਬਹੁਤ ਹੀ ਕਦਾਵਰ, ਇੱਕ ਸੁਲਝੇ ਹੋਏ ਰਾਜਨੀਤੀਵਾਨ ਹੈਗੇ ਹੈ, ਜਿਹੜੇ ਕੇਂਦਰੀ ਮੰਤਰੀ ਰਹੇ ਔਰ ਉੱਤਰਾਂਚਲ ਦੀ ਜਿਹੜੀ ਰਾਜਨੀਤੀ ਹੈ ਉਹਦੇ 'ਚ ਖੁਦ ਮੁੱਖ ਮੰਤਰੀ ਰਹੇ। ਇਸੇ ਕਰਕੇ ਉਹਨਾਂ ਨੂੰ ਪੰਜਾਬ ਦਾ ਚਾਰਜ ਦਿੱਤਾ, ਔਰ ਉਹਨਾਂ ਨੇ ਖੈਰ ਬਹੁਤ ਤਨੋ ਮਨੋ ਕੋਸ਼ਿਸ਼ ਕੀਤੀ ਹੈ ਸਿੱਧੂ ਨੂੰ ਮਨਾਉਣ ਦੇ ਵਿੱਚ ਵੀ, ਔਰ ਇਹ ਜਿਹੜੇ ਦੂਲੋ ਸਾਹਿਬ ਔਰ ਪ੍ਰਤਾਪ ਸਿੰਘ ਬਾਜਵਾ ਜਿਹੜੇ ਨਾਰਾਜ਼ ਹੋਏ ਸੀ ਉਹਨਾਂ ਨੂੰ ਮਨਾਉਣ ਦੇ ਵਿੱਚ। ਲੇਕਿਨ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਆਪਣੀ ਜਿਹੜੀ ਹੈਗੀ ਹੈ ਹੈਂਕੜਬਾਜ਼ੀ ਜਿਹੜੀ ਉਹ ਨਹੀਂ ਛੱਡ ਰਹੇ। ਉਹਨਾਂ ਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਇਸ ਤਰ੍ਹਾਂ ਦਾ ਕੋਈ ਜੈਸਚਰ ਦੇਣਾ ਚਾਹੀਦਾ ਕਿ ਠੀਕ ਹੈ ਇਲੈਕਸ਼ਨ ਟਾਈਮ ਆ ਰਿਹਾ ਹੈ, ਸਾਨੂੰ ਇਕੱਠੇ ਹੋਣ ਦੀ ਲੋੜ ਹੈ, ਕਿਉਂਕਿ ਇਕੱਲੇ ਤਾਂ ਕੈਪਟਨ ਅਮਰਿੰਦਰ ਸਿੰਘ ਵੀ ਇਸ ਪਾਰਟੀ ਨੂੰ ਚਲਾ ਨਹੀਂ ਸਕਦੇ ਜਾਂ ਜਿਤਾ ਨਹੀਂ ਸਕਦੇ। ਇਹ ਅਲੱਗ ਗੱਲ ਹੈ ਜੋ ਪਹਿਲਾਂ ਹੀ ਧਾਰੀ ਬੈਠੇ ਹੋਣ ਕਿ ਮੈਂ ਤਾਂ ਡੁੱਬਣਾ ਹੀ ਡੁੱਬਣਾ ਤੇ ਪਾਰਟੀ ਤੇ ਸਰਕਾਰ ਜਾਂਦੀ ਰਹੇ ਤੇ ਮੈਨੂੰ ਇਹਦੇ ਨਾਲ ਕੋਈ ਨਹੀਂ। ਜੇ ਇਹੋ ਜਿਹੀ ਹਾਲਾਤ ਹੈ ਤਾਂ ਫਿਰ ਕੋਈ ਅਸੀਂ ਨਹੀਂ ਕਹਿ ਸਕਦੇ, ਪਰ ਜੇ ਪਾਰਟੀ ਦੇ ਹਿਤੈਸ਼ੀ ਹੋਣ ਦੇ ਤੌਰ ਤੇ ਕੋਈ ਸੋਚਿਆ ਜਾਵੇ ਤੇ ਜ਼ਰੂਰ ਇਸ ਤਰ੍ਹਾਂ ਦਾ ਰਿਟਰਨ ਜੈਸਚਰ ਦੇਣਾ ਚਾਹੀਦਾ ਸੀਗਾ ਉਹਨਾਂ ਨੂੰ, ਸਿੱਧੂ ਸਾਹਿਬ ਨੂੰ ਵੀ ਔਰ ਪ੍ਰਤਾਪ ਸਿੰਘ ਬਾਜਵਾ ਨੂੰ, ਔਰ ਤੇ ਹੋਰ ਦੂਸਰੇ ਜਿਹੜੇ ਵੀ ਨਾਰਾਜ਼ ਕਾਂਗਰਸਮੈਨ ਹੈਗੇ। ਦੂਲੋ ਸਾਹਿਬ ਤਾਂ ਆਏ ਹੀ ਨਹੀਂ। ਹਾਂ, ਉਹ ਤਾਂ ਆਏ ਹੀ ਨਹੀਂ। ਚਲੋ, ਹਾਲਾਂਕਿ ਉਹਨਾਂ ਨੂੰ ਵੀ ਉਹਨਾਂ ਦਾ ਆਉਣਾ ਬਣਦਾ ਸੀ, ਸਾਬਕਾ ਕਾਂਗਰਸ ਪ੍ਰਧਾਨ ਨੇ, ਸਿੱਧੂ ਮੌਜੂਦਾ ਰਾਜ ਸਭਾ ਮੈਂਬਰ ਨੇ। ਕੈਪਟਨ ਅਮਰਿੰਦਰ ਸਿੰਘ ਨੇ ਪਿੱਛੇ ਕਿਹਾ ਸੀਗਾ ਕਿ ਸਿੱਧੂ ਪਾਰਟੀ ਦਾ ਪ੍ਰਧਾਨ ਕਿਵੇਂ ਬਣ ਸਕਦਾ ਜਿਹੜਾ ਕਿ 3 ਸਾਲ ਪਹਿਲਾਂ ਹੀ ਪਾਰਟੀ 'ਚ ਆਇਆ, ਤੇ ਦੂਲੋ ਸਾਹਿਬ ਤਾਂ ਸ਼ੁਰੂ ਤੋਂ ਇਸ ਪਾਰਟੀ ਫਾਊਂਡਰ ਮੈਂਬਰ ਨੇ ਔਰ ਇਸ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਹੇ ਨੇ। ਉਹਨਾਂ ਨੂੰ ਉਸ ਤਰ੍ਹਾਂ ਦੀ ਇੱਜ਼ਤ ਦਿੱਤੀ ਜਾਣੀ ਚਾਹੀਦੀ ਸੀ। ਸਿੱਧੂ ਨੂੰ ਮਿਲ ਨਹੀਂ ਸਕਦਾ ਪ੍ਰਧਾਨਗੀ ਉਹਦਾ, ਕਿਉਂਕਿ ਤੁਹਾਨੂੰ ਲੱਗਦਾ? ਮੈਨੂੰ ਲੱਗਦਾ ਨਹੀਂ, ਕਿਉਂਕਿ ਜਿਸ ਤਰੀਕੇ ਦੇ ਨਾਲ ਬਾਕੀ ਆਪਣੀਆਂ ਕਿਆ ਸਾਰੀਆਂ ਜਾਂ ਆਪਾਂ ਤਾਂ ਗੱਲ ਹੀ ਕਰ ਸਕਦੇ ਹਾਂ, ਜਿਹੜਾ ਫਾਈਨਲ ਡਿਸੀਜਨ ਤਾਂ ਉਹਨਾਂ ਨੇ ਲੈਣਾ ਹੁੰਦਾ। ਚਲੋ ਜਿੰਨੀ ਕੁ ਆਪਣੀ ਸੋਚ ਸਮਝ ਹੁੰਦੀ ਆ ਆਪਾਂ ਉਹਨੇ ਦੇ ਮੁਤਾਬਕ ਜੇਕਰ ਗੱਲ ਕਰੀਏ ਤਾਂ ਮੁੱਖ ਮੰਤਰੀ ਜੋ ਮਰਜ਼ੀ ਹੋਵੇ, ਪਰ ਪ੍ਰਧਾਨ ਇੱਕ ਅਜਿਹਾ ਹੁੰਦਾ ਜਿਹੜਾ ਸਭ ਦਾ ਸਾਂਝਾ ਹੁੰਦਾ ਤੇ ਸਾਰੀ ਪਾਰਟੀ ਨੂੰ ਮੁੱਖ ਮੰਤਰੀ ਸਰਕਾਰ ਚਲਾਉਂਦਾ ਤੇ ਪ੍ਰਧਾਨ
ਜਿਹੜਾ ਹੈਗਾ ਉਹ ਪਾਰਟੀ ਨੂੰ ਚਲਾਉਂਦਾ, ਸਭ ਨੂੰ ਨਾਲ ਲੈ ਕੇ ਚੱਲਦਾ। ਤੇ ਇਲਜ਼ਾਮ ਲੱਗ ਰਹੇ ਆ ਸੁਨੀਲ ਜਾਖੜ ਦੇ ਉੱਪਰ ਕਿ ਇਹ ਜਿਹੜਾ ਹੈਗਾ ਇਹ ਪੱਖਪਾਤੀ ਹੈ, ਪ੍ਰਧਾਨ ਪੱਖਪਾਤ ਲੈ ਕੇ ਚੱਲਦਾ ਹੈ। ਤਾਂ ਜੇ ਸਿੱਧੂ ਨੂੰ ਉਹ ਲਾਉਂਦੇ ਆ ਤਾਂ ਸਿੱਧੂ ਦੀ ਤਾਂ ਸਿੱਧੀ ਮੁੱਖ ਮੰਤਰੀ ਦੇ ਨਾਲ ਟਸਲ ਹੈ, ਉਹਨੂੰ ਪ੍ਰਧਾਨ ਕਿਵੇਂ ਲਾਇਆ ਜਾ ਸਕਦਾ? ਦੇਖੋ, ਕਾਂਗਰਸ ਦੀ ਰਾਜਨੀਤੀ ਨੂੰ, ਕਾਂਗਰਸ ਦੇ ਸਿਸਟਮ ਨੂੰ ਜਿਹੜੇ ਵੀ ਲੋਕ ਸਮਝਦੇ ਆ, ਉਹਨਾਂ ਨੂੰ ਪਤਾ ਹੈ ਕਿ ਕਾਂਗਰਸ ਦੇ ਵਿੱਚ ਜਿਹੜਾ ਪ੍ਰਧਾਨ ਲੱਗਦਾ ਹੈ ਉਹ ਜੋ ਪੁਰਾਣਾ ਸਿਸਟਮ ਸੀ ਉਹ ਦਿੱਲੀੋਂ ਲਗਾਇਆ ਜਾਂਦਾ। ਜਿਸ ਨੂੰ ਵੀ ਦਿੱਲੀ ਤੋਂ ਪ੍ਰਧਾਨ ਥਾਪ ਦਿੱਤਾ ਜਾਂਦਾ ਸੀ ਉਹਦੇ ਉੱਤੇ ਕੋਈ ਕਿੰਤੂ ਪ੍ਰੰਤੂ ਨਹੀਂ ਕਰ ਸਕਦਾ ਸੀ। ਲੇਕਿਨ ਹੁਣ ਸਥਿਤੀ ਥੋੜੀ ਜਿਹੀ ਇਸ ਤਰ੍ਹਾਂ ਵਿਗੜੀ ਹੋਈ ਹੈ ਕਿ ਕਾਂਗਰਸ ਦੀ ਸੈਂਟਰਲ ਲੀਡਰਸ਼ਿਪ ਜਿਹੜੀ ਕਮਜ਼ੋਰ ਹੈ, ਕਿਉਂਕਿ ਕਾਂਗਰਸ ਸੱਤਾ ਤੋਂ ਬਾਹਰ ਲਗਾਤਾਰ ਦੂਸਰੀ ਵਾਰੀ ਚਲੀ ਗਈ। ਉਹਨਾਂ ਦੇ ਜਿਹੜੇ ਇਲੈਕਟੋਰਲ ਫੋਰਚੂਨਸ ਹੈ ਉਹ ਮਾੜੀਆਂ ਚੱਲ ਰਹੀਆਂ, ਔਰ ਕੁਝ ਜਿਹੜੇ ਚੀਫ ਮਿਨਿਸਟਰਸ ਨੇ ਉਹ ਬੜੇ ਸਟਰੋਂਗ ਹੋ ਕੇ ਉੱਭਰੇ ਨੇ, ਕੈਪਟਨ ਅਮਰਿੰਦਰ ਸਿੰਘ, ਔਰ ਮੈਂ ਸ਼ਰੇਆਮ ਕਹਾਂਗਾ ਕਿ ਉਹ ਬਲੈਕਮੇਲ ਕਰਨ ਦੀ ਪੋਜੀਸ਼ਨ 'ਚ ਵੀ ਨੇ ਦਿੱਲੀ ਦੀ ਜਿਹੜੀ ਇਹਨਾਂ ਦੀ ਹਾਈ ਕਮਾਂਡ ਹੈ। ਇਸੇ ਕਰਕੇ ਕੈਪਟਨ ਸਾਹਿਬ ਜਿਹੜੇ ਹੈ ਉਹ ਇਸ ਤਰ੍ਹਾਂ ਦੇ ਜੈਸਚਰਸ ਆਪਣੇ ਵਿਰੋਧੀਆਂ ਨੂੰ ਦੇ ਰਹੇ ਹੈ। ਤੇ ਜੇ ਦਿੱਲੀ ਵੱਲੋਂ ਕੋਈ ਇਸ ਤਰ੍ਹਾਂ ਦਾ ਇਸ਼ਾਰਾ ਹੋਵੇ ਔਰ ਦਿੱਲੀ ਸਟਰੋਂਗ ਹੁੰਦੀ ਕਾਂਗਰਸ ਦੀ, ਤਾਂ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਇਸ ਤਰ੍ਹਾਂ ਦੀ ਜ਼ਰੂਰਤ ਨਾ ਕਰਦੇ। ਸੋ ਇਸ ਕਰਕੇ ਸਿੱਧੂ ਦੀ ਪ੍ਰਧਾਨਗੀ ਜਿਹੜੀ ਹੈ ਉਹ ਮੈਨੂੰ ਨਹੀਂ ਲੱਗਦਾ ਕਿ ਉਹਨੂੰ ਆਉਣ ਵਾਲੇ ਦਿਨਾਂ 'ਚ ਪ੍ਰਧਾਨ ਬਣਾਇਆ ਜਾਊਗਾ, ਕਿਉਂਕਿ ਕੇਂਦਰੀ ਲੀਡਰਸ਼ਿਪ ਜਿਹੜੀ ਹੈ ਕਾਂਗਰਸ ਦੀ ਉਹ ਇੰਨੀ ਸਟਰੋਂਗ ਨਹੀਂ ਹੈ ਕਿ ਇੱਥੋਂ ਦੇ ਲੋਕਲ ਚੀਫ ਮਿਨਿਸਟਰ ਨੂੰ ਇਗਨੋਰ ਕਰਕੇ ਕੁਝ ਕਰ ਜਾਵੇ। ਜੇ ਹੁੰਦਾ ਤਾਂ ਦੂਜੀ ਗੱਲ ਇਹ ਵੀ ਹੈ ਨਾ, ਜੇ ਆਪਾਂ ਜਾਖੜ ਦੇ ਇਲਜ਼ਾਮ ਲਗਾ ਰਹੇ ਹਾਂ, ਜਿਵੇਂ ਮੈਂ ਪਹਿਲਾਂ ਗੱਲ ਕਰਕੇ ਹਟੇ ਹਾਂ, ਜੇ ਆਪਾਂ ਜਾਖੜ ਤੇ ਇਲਜ਼ਾਮ ਰਹੇ ਹਾਂ ਤਾਂ ਸਿੱਧੂ ਦੀ ਟਸਲ ਹੈ। ਟਸਲ ਵਾਲੇ ਬੰਦੇ ਨੂੰ ਪ੍ਰਧਾਨ ਕਿਉਂ? ਪ੍ਰਧਾਨ ਤਾਂ ਸਾਂਝਾ ਚਾਹੀਦਾ ਜਿਹੜਾ ਇਹਨਾਂ ਦੀ ਟਸਲ ਖਤਮ ਕਰ ਸਕੇ। ਨਹੀਂ, ਉਹ ਉਦੋਂ ਹੁੰਦਾ ਜਦੋਂ ਪ੍ਰਧਾਨ ਜਾਂ ਤਾਂ ਇਲੈਕਟਡ ਹੋਵੇ ਜਾਂ ਉਤੋਂ ਸਿਆਣਪ ਨਾਲ ਲਗਾਇਆ ਗਿਆ ਹੋਵੇ। ਹੁਣ ਤਾਂ ਪ੍ਰਧਾਨ ਇੱਥੇ ਉਹ ਲੱਗ ਰਿਹਾ ਹੈ ਜਿਹੜਾ ਮੁੱਖ ਮੰਤਰੀ ਦੀ ਸਹਿਮਤੀ ਦੇ ਨਾਲ ਮੁੱਖ ਮੰਤਰੀ ਦੀ ਹਾਂ ਛਾਂ ਮਿਲਾਵੇ। ਤੁਸੀਂ ਦੇਖਿਆ ਹੋਣਾ ਸੁਨੀਲ ਜਾਖੜ ਨੇ ਜਦੋਂ ਵੀ ਥੋੜੇ ਬਹੁਤੇ ਬਗਾਵਤੀ ਤੇਵਰ ਦਿਖਾਏ ਤਾਂ ਮੁੱਖ ਮੰਤਰੀ ਨੇ, ਕੈਪਟਨ ਅਮਰਿੰਦਰ ਸਿੰਘ ਨੇ, ਸੁਨੀਲ ਜਾਖੜ ਦੇ ਬਿਆਨ ਇਹੋ ਜਿਹੇ ਆਏ ਜਿੱਥੇ ਤਲਖੀ ਹੁੰਦੀ ਸੀ ਕਾਂਗਰਸ ਦੇ ਵਿੱਚ ਤਾਂ ਉਹ ਮੁੱਖ ਮੰਤਰੀ ਦਾ ਸਾਥ ਦਿੰਦੇ ਰਹੇ। ਜਿਹੜੇ ਕੁਝ ਮੰਤਰੀ ਸੀ, ਕੁਝ ਰਾਜ ਸਭਾ ਮੈਂਬਰ ਸੀ ਜਾਂ ਕੋਈ ਵੀ ਸੀ, ਉਹਨਾਂ ਦੇ ਖਿਲਾਫ ਬਿਆਨ ਦਿੰਦੇ ਰਹੇ ਨੇ ਸੁਨੀਲ ਜਾਖੜ। ਉਹਨਾਂ ਨੂੰ ਜਦ ਕਿ ਇਹ ਚਾਹੀਦਾ ਸੀ ਕਿ ਉਹਨਾਂ ਨੂੰ ਮਿਟਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਸੀ। ਦੇਖੋ, ਮੈਂ ਇਸ ਤੁਹਾਡੇ ਸਵਾਲ ਪੁੱਛਣ ਤੋਂ ਪਹਿਲਾਂ ਜਿਹੜੀ ਗੱਲ ਕਰ ਰਿਹਾ ਸੀ ਕਿ ਸੁਨੀਲ ਜਾਖੜ ਨੇ ਜਦੋਂ ਕਦੀ ਵੀ ਕੋਈ ਇਸ ਤਰ੍ਹਾਂ ਦੀ ਲਾਈਨ ਆਫ ਆਰਗੂਮੈਂਟ ਲਈ ਜਿਹੜੀ ਮੁੱਖ ਮੰਤਰੀ ਨੂੰ ਪਸੰਦ ਨਹੀਂ, ਤਾਂ ਮੁੱਖ ਮੰਤਰੀ ਨੇ ਉਹਨਾਂ ਨੂੰ ਕੱਟ ਟੂ ਸਾਈਜ਼ ਕੀਤਾ। ਉਹ ਮਿਲਣ ਗਏ, ਮੁੱਖ ਮੰਤਰੀ ਨੇ ਟਾਈਮ ਨਹੀਂ ਦਿੱਤਾ। ਮੁੱਖ ਮੰਤਰੀ ਨੇ ਇੱਕ ਇਸ਼ਾਰਾ ਦਿੱਤਾ ਕਿ ਇੱਥੇ ਪੰਜਾਬ 'ਚ ਹਮ ਹੀ ਹਮ ਹੈ ਔਰ ਕੋਈ ਨਹੀਂ, ਤੇ ਜੇ ਤੂੰ ਇੱਥੇ ਪ੍ਰਧਾਨਗੀ ਕਰਨੀ ਤੈਨੂੰ ਮੇਰੇ ਮੁਤਾਬਕ ਚੱਲਣਾ ਪਊਗਾ। ਸੁਨੀਲ ਜਾਖੜ ਜਾਂ ਤਾਂ ਰਿਜ਼ਾਈਨ ਕਰ ਦਿੰਦਾ ਜਾਂ ਪਿੱਛੇ ਹਟ ਜਾਂਦਾ। ਬਾਜਵਾ ਵੀ ਇਹੀ ਗੱਲ ਕਹਿੰਦੇ ਰਿਹਾ, ਕਹਿੰਦੇ ਕਿ ਪਹਿਲਾਂ ਸੁਨੀਲ ਜਾਖੜ ਨੂੰ, ਬਾਜਵਾ ਕਹਿੰਦੇ ਕਿ ਪਹਿਲਾਂ ਸੁਨੀਲ ਜਾਖੜ ਨੂੰ ਮੁੱਖ ਮੰਤਰੀ ਨੇ ਮਿਲਣ ਤੋਂ ਨਾ ਕਰਤੀ, ਐਡੀ ਬੇਇੱਜ਼ਤੀ ਕੀਤੀ। ਕਹਿੰਦੇ ਬਸ ਫਿਰ ਵਰਗਲਾ ਲਿਆ ਗਿਆ ਇਹਨੂੰ, ਇਹਦੇ ਕਹੇ ਤੇ ਫਿਰੋਜ਼ਪੁਰ ਦਾ ਡੀਸੀ ਲਾਤਾ, ਫਿਰੋਜ਼ਪੁਰ ਦਾ ਐਸਐਸਪੀ ਲਾਤਾ, ਤਾਂ ਇਹਦੇ ਨਾਲ ਵਿਰ ਗਿਆ ਸੁਨੀਲ ਜਾਖੜ। ਹਾਂ, ਉਸ ਇਲਜ਼ਾਮ ਦੇ ਵਿੱਚ ਸੱਚਾਈ ਹੋ ਸਕਦੀ ਹੈ, ਜ਼ਰੂਰ ਹੋ ਸਕਦੀ ਹੈ, ਕਿਉਂਕਿ ਸੁਨੀਲ ਜਾਖੜ ਦਾ ਬਿਹੇਵੀਅਰ ਉਸ ਤੋਂ ਬਾਅਦ ਚੇਂਜਡ ਹੈ। ਉਹ ਬਿਲਕੁਲ ਜੋ ਹੈ ਕੈਪਟਨ ਅਮਰਿੰਦਰ ਸਿੰਘ ਜਿਸ ਤਰ੍ਹਾਂ ਚਾਹੁੰਦੇ ਆ ਉਸ ਤਰ੍ਹਾਂ ਦੀ ਹੀ ਗੱਲਬਾਤ ਹੁੰਦੀ ਹੈ। ਸੋ ਮਚ ਸੋ ਕਿ ਪਿੱਛੇ ਇੱਕ ਪ੍ਰੈਸ ਕਾਨਫਰੰਸ ਹੋਈ ਸੀਗੀ ਜਿਹਦੇ ਵਿੱਚ ਉਹ ਚੁੱਪ ਖਾਮੋਸ਼ ਬੈਠੇ ਸੀਗੇ, ਦੇਖ ਰਹੇ ਸੀ, ਔਰ ਕੈਪਟਨ ਅਮਰਿੰਦਰ ਸਿੰਘ ਦੇ ਕੁਝ ਸਾਥੀ ਜਿਹੜੇ ਹੈ ਉਹਦੇ ਵਿੱਚ ਬੋਲ ਰਹੇ ਸੀਗੇ। ਸੋ ਇੱਥੋਂ ਕੀ ਅਸੀਂ ਅੰਦਾਜ਼ਾ ਲਗਾਵਾਂਗੇ? ਇਹੀ ਅੰਦਾਜ਼ਾ ਲਗਾਵਾਂਗੇ ਕਿ ਉਹਨਾਂ ਨੇ ਆਪਣੇ ਆਪ ਨੂੰ ਜਿਹੜਾ ਹੈ ਉਹ ਢਾਲ ਲਿਆ ਕਿ ਮੈਂ ਜੇ ਪ੍ਰਧਾਨਗੀ ਦੇ ਤੌਰ ਤੇ ਮੈਂ ਸਰਵਾਈਵ ਕਰਨਾ ਪੰਜਾਬ ਦੇ ਵਿੱਚ ਤਾਂ ਮੈਨੂੰ ਚੀਫ ਮਿਨਿਸਟਰ ਦੀ ਮਰਜ਼ੀ ਦੇ ਮੁਤਾਬਕ ਹੀ ਚੱਲਣਾ ਪਏਗਾ। ਸੋ ਇਹਨੂੰ ਤੁਸੀਂ ਸਿਆਣਪ ਸਮਝੋ, ਸਮਝੌਤਾ ਸਮਝੋ ਜਾਂ ਜੋ ਮਰਜ਼ੀ ਸਮਝ ਲਓ। ਤਾਂ ਦੂਜੇ ਪਾਸੇ ਬੀਜੇਪੀ ਦੇ ਕੇਂਦਰੀ ਮੰਤਰੀ ਜਿਹੜੇ ਸੋਮ ਪ੍ਰਕਾਸ਼ ਨੇ, ਉਹਨਾਂ ਦੇ ਵੱਲੋਂ ਵੀ ਪੰਜਾਬ ਦੇ ਵਿੱਚ, ਲੁਧਿਆਣਾ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ, ਇੱਕ ਚਿੱਠੀ ਲੈ ਕੇ ਆਏ ਖੇਤੀਬਾੜੀ ਮੰਤਰੀ ਦੀ, ਉਹ ਵੀ ਦਿਖਾਉਂਦੇ ਰਹੇ। ਹੁਣ ਉਹ ਖਿਚਾਉਂਦੇ ਨੇ। ਦੇਖੋ, ਕੱਲ ਇੱਥੇ ਸਰਕਟ ਹਾਊਸ ਦੇ ਵਿੱਚ ਲੁਧਿਆਣੇ ਮੀਟਿੰਗ ਹੋਈ ਜਿਹਦੇ 'ਚ ਲੋਕਲ ਲੀਡਰਸ, ਬੀਜੇਪੀ ਦੇ ਸਟੇਟ ਲੀਡਰਸ ਸ਼ਾਮਿਲ ਹੋਏ। ਉੱਥੇ ਸੋਮ ਪ੍ਰਕਾਸ਼ ਨੇ ਕੁਝ ਗੱਲਾਂ ਕੀਤੀਆਂ ਕਿ 10 ਮੈਂਬਰੀ ਕਮੇਟੀ ਬਣਾਈ ਜਾਊਗੀ, ਕਿ ਕਿਸਾਨ ਜਥੇਬੰਦੀਆਂ ਨਾਲ ਗੱਲ ਕਰਕੇ ਉਹਨਾਂ ਨੂੰ ਸਮਝਾਇਆ ਜਾਊਗਾ ਕਿ ਇਹ ਜਿਹੜੇ ਐਕਟ ਪਾਸ ਹੋਏ ਨੇ ਇਹ ਕਿਸਾਨਾਂ ਦੇ ਫੇਵਰ 'ਚ ਨੇ। ਔਰ ਇੱਕ ਉਹਨਾਂ ਨੇ ਗੱਲ ਇਹ ਕਹੀ ਕਿ ਖੇਤੀਬਾੜੀ ਮੰਤਰੀ ਨੇ ਉਹਨਾਂ ਨੂੰ ਕੋਈ ਲਿਖਤੀ ਰੂਪ ਦੇ ਵਿੱਚ ਇਸ ਤਰ੍ਹਾਂ ਦੀ ਅਸ਼ੋਰੈਂਸ ਦਿੱਤੀ ਹੈ ਕਿ ਇਸ ਬਿੱਲ ਦੇ ਵਿੱਚ ਜਿਹੜਾ ਹੈ ਉਹ ਕਿਸਾਨਾਂ ਦੇ ਖਿਲਾਫ ਕੁਝ ਨਹੀਂ ਹੈਗਾ। ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਨੇ ਕੀਤੀਆਂ। ਸਿੱਧਾ ਸਵਾਲ ਤਾਂ ਇਹ ਬਣਦਾ ਕਿ ਜੇ ਇਹ ਬਿੱਲ ਪ੍ਰੋਪਰਲੀ ਲੋਕਤੰਤਰੀ ਢੰਗ ਦੇ ਨਾਲ ਇੰਟਰੋਡਿਊਸ ਹੋਏ ਹੁੰਦੇ, ਦੇਸ਼ ਭਰ ਦੇ ਵਿੱਚ ਇਹਨਾਂ ਦੇ ਉੱਤੇ ਬਹਿਸ ਅਲਾਓ ਕੀਤੀ ਜਾਂਦੀ, ਲੋਕ ਸਭਾ 'ਚ ਇਹਨਾਂ ਤੇ ਬਹਿਸ ਅਲਾਓ ਕੀਤੀ ਜਾਂਦੀ, ਸੁਹਿਰਦਤਾ ਨਾਲ ਪਾਸ ਹੁੰਦੇ, ਤਾਂ ਇਹ ਸਥਿਤੀ ਨਹੀਂ ਆਣੀ ਸੀ। ਬਿਲਕੁਲ। ਸ਼ੱਕ ਤਾਂ ਉੱਥੋਂ ਜ਼ਾਹਰ ਹੋ ਜਾਂਦਾ ਜਦੋਂ ਤੁਸੀਂ ਬਿਲਕੁਲ ਇੱਕ ਜ਼ਬਰਦਸਤ ਤਰੀਕੇ ਨਾਲ ਇੱਕ ਆਪਣੀ ਜਿਹੜੀ ਯੂਨੀਲੇਟਰਲੀ ਉਹਨਾਂ ਨੂੰ ਜਿਹੜਾ ਇੰਟਰੋਡਿਊਸ ਕੀਤਾ, ਪਹਿਲਾਂ ਆਰਡੀਨੈਂਸ ਭੇਜਤਾ, ਫਿਰ ਲੋਕ ਸਭਾ 'ਚ ਡਿਸਕਸ਼ਨ ਨਹੀਂ ਹੋਣ ਦਿੱਤੀ, ਰਾਜ ਸਭਾ ਦੇ ਵਿੱਚ ਤਾਂ ਖੈਰ ਸਾਰੀ ਹੱਦਬੰਦੀ ਜਿਹੜੀਆਂ ਹੈਗੀਆਂ ਉਹ ਪਾਰ ਹੋ ਗਈਆਂ। ਸੋ ਲੋਕਾਂ ਨੂੰ
ਕੁਦਰਤੀ ਗੱਲ ਹੈ ਕਿ ਇਸ ਦੇ ਉੱਤੇ ਡਾਊਟ ਹੋਣਾ ਸੀਗਾ। ਫਿਰ ਜਿਹੜੀ ਹੁਣ ਉਸ ਤੋਂ ਬਾਅਦ ਚਰਚਾ ਹੋ ਰਹੀ ਹੈ, ਡਿਫਰੈਂਟ ਜਿਹੜੇ ਐਗਰੋ ਇਕੋਨੋਮਿਸਟ ਜਿਹੜੇ ਹੈਗੇ ਨੇ ਸਾਡੇ ਖੇਤੀ ਅਰਥ ਵਿਵਸਥਾ ਦੇ ਜਿਹੜੇ ਮਾਹਰ ਨੇ, ਉਹ ਦੱਸ ਰਹੇ ਨੇ ਕਿ ਇਹਦੇ 'ਚ ਕਿਸਾਨਾਂ ਨੂੰ ਆਉਣ ਵਾਲੇ ਦਿਨਾਂ 'ਚ ਕੀ ਸਮੱਸਿਆਵਾਂ ਆਉਣਗੀਆਂ। MSP ਦੇ ਬਾਰੇ ਭਾਵੇਂ ਐਕਟ ਦੇ ਵਿੱਚ ਨਹੀਂ ਲਿਖਿਆ ਜਾਂ ਮੰਡੀਆਂ ਨੂੰ ਹਟਾਏ ਜਾਣ ਦੀ ਗੱਲ ਕੀਤੀ ਤੇ ਭਾਵੇਂ ਸਰਕਾਰ ਲੱਗ ਕਹੀ ਜਾਵੇ ਕਿ ਮੰਡੀਆਂ ਨਹੀਂ ਹਟਣਗੀਆਂ ਜਾਂ MSP ਨਹੀਂ ਹਟਣਗੀਆਂ, ਲੇਕਿਨ ਜਿਹੜਾ ਵੀ ਵਿਅਕਤੀ ਇਹਨਾਂ ਦੇਸ਼ਾਂ ਦੇ ਵਿੱਚ ਕਾਰਪੋਰੇਟ ਵਰਲਡ ਦੀ ਆਪਰੇਸ਼ਨਸ ਨੂੰ ਸਮਝਦਾ, ਉਹਨੂੰ ਪਤਾ ਹੈ ਕਿ ਇਹ ਸਿਰਫ ਇੱਕ ਖੋਖਲੇ ਵਾਅਦੇ ਨੇ। ਅਲਟੀਮੇਟਲੀ ਉਹ ਜਿਹੜੇ ਕਾਰਪੋਰੇਟ ਘਰਾਣੇ ਨੇ ਉਹ ਪੂਰੀ ਤਰੀਕੇ ਨਾਲ ਇਹ ਸਾਰੀ ਜਿਹੜੀ ਐਗਰੀਕਲਚਰ ਪ੍ਰੋਡਿਊਸ ਦੀ ਮਾਰਕੀਟਿੰਗ ਆਪਰੇਸ਼ਨ ਹੈ ਉਸ ਨੂੰ ਕੈਪਚਰ ਕਰ ਲੈਣਗੇ। ਔਰ ਸ਼ੁਰੂ ਦੇ ਵਿੱਚ ਹੋ ਸਕਦਾ 2-3 ਸਾਲ ਕਿਸਾਨਾਂ ਨੂੰ ਰੁਝਾਉਣ ਵਾਸਤੇ, ਉਹਨਾਂ ਦਾ ਧਿਆਨ ਹਟਾਉਣ ਵਾਸਤੇ MSP ਦੇ ਦਿੱਤੀ ਜਾਵੇ ਔਰ ਉਹਨਾਂ ਦੀ ਖਰੀਦ ਅੱਛੀ ਕਰ ਲਈ ਜਾਵੇ, ਲੇਕਿਨ ਹੌਲੀ ਜਦੋਂ ਮੰਡੀਆਂ ਦੇ ਵਿੱਚ ਜਾਣਗੇ ਨਹੀਂ ਕਿਸਾਨ, ਬਾਹਰੋਂ ਬਾਹਰ ਵਿਕਣਗੇ, ਮੰਡੀਆਂ ਬੰਦ ਹੋ ਜਾਣਗੀਆਂ, ਉਸ ਤੋਂ ਬਾਅਦ ਉਹ ਕਾਰਪੋਰੇਟ ਘਰਾਣਿਆਂ ਦੇ ਕੋਲ ਕਿਸਾਨ ਕੋਲ ਕੋਈ ਰਾਹ ਹੀ ਨਹੀਂ ਰਹਿ ਜਾਏਗਾ ਉਹਨਾਂ ਦੇ ਕੋਲ ਜਾਣ ਤੋਂ ਇਲਾਵਾ, ਤੇ ਫਿਰ ਉਹ ਆਪਣੀ ਮਨਮਰਜ਼ੀ ਦੀ ਪ੍ਰਾਈਸਿਸ ਵੀ ਕਮਾਂਡ ਕਰਨਗੇ, ਫਿਰ ਉਹ ਆਪਣੀ ਮਨਮਰਜ਼ੀ ਦੀਆਂ ਜਿਹੜੀਆਂ ਕੰਡੀਸ਼ਨਸ ਵੀ ਲਗਾਉਣਗੇ। ਸੋ ਇਸ ਕਰਕੇ ਇਹ ਜਿਹੜੇ ਸਾਰੇ ਤੌਖਲੇ ਨੇ ਸਾਡੇ ਕਿਸਾਨਾਂ ਨੂੰ, ਸਾਡੇ ਲੋਕਾਂ ਨੂੰ ਜਾਂ ਮਜ਼ਦੂਰ ਵਰਗ ਨੂੰ, ਜਿਨ੍ਹਾਂ ਦੇ ਖਿਲਾਫ ਜਿਹੜਾ ਲੇਬਰ ਰਿਫਾਰਮ ਬਿੱਲ ਪਾਸ ਕੀਤਾ ਗਿਆ, ਅਸਲ 'ਚ ਕੀ ਹੋਇਆ, ਇਹਨਾਂ ਕਿਸਾਨੀ ਬਿੱਲਾਂ ਦੇ ਪਿੱਛੇ ਸਾਰੀ ਧਿਆਨ ਉਧਰ ਚਲਾ ਗਿਆ। ਇਹਦੀ ਨਾਲ ਲੇਬਰ ਰਿਫਾਰਮ ਬਿੱਲਸ ਵੀ ਜਿਹੜੇ 3 ਲੇਬਰ ਕੋਡ ਬਿੱਲਸ ਪਾਸ ਕੀਤੇ ਗਏ ਨੇ, ਸਾਡੇ ਮਜ਼ਦੂਰ ਵਰਗ ਨੂੰ ਵੀ ਬਹੁਤ ਵੱਡਾ ਜਿਹੜਾ ਝਟਕਾ ਇਸ ਸਰਕਾਰ ਨੇ ਦਿੱਤਾ। ਉਸ ਕਰਕੇ ਬਿਲਕੁਲ ਵੀ ਕਿਸੇ ਕਿਸਮ ਦੀ ਕੋਈ ਡਾਊਟ ਨਹੀਂ ਰਹਿ ਜਾਂਦਾ ਕਿ ਇਹ ਜਿਹੜੀ ਸਰਕਾਰ ਹੈ ਇਹ ਕਾਰਪੋਰੇਟ ਘਰਾਣਿਆਂ ਦੇ ਇਸ਼ਾਰੇ ਤੇ, ਉਹਨਾਂ ਦੇ ਨਾਲ, ਉਹਨਾਂ ਦੇ ਪ੍ਰੈਸ਼ਰ ਦੇ ਹੇਠ ਇਹ ਸਾਰਾ ਕੁਝ ਕਰ ਰਹੀ ਹੈ। ਇਸ ਦੇਸ਼ ਨੂੰ ਉਹਨਾਂ ਦੇ ਅੱਗੇ ਖੋਲ ਕੇ ਸੁੱਟ ਰਹੀ ਹੈ। ਇਸ ਦੇਸ਼ ਦੀ ਗਰੀਬ ਜਨਤਾ ਨੂੰ ਜਿਹੜਾ ਹੈ ਬੁਰੀ ਤਰ੍ਹਾਂ ਉਹਨਾਂ ਦੀ ਲੁੱਟ ਖੋਹ ਦਾ ਸ਼ਿਕਾਰ ਕਰਨ ਲਈ ਛੱਡਿਆ ਜਾ ਰਿਹਾ, ਔਰ ਕਾਨੂੰਨੀ ਤਹਫੁਜ਼ਾਤ ਜਿਹੜੇ ਹੋਣੇ ਚਾਹੀਦੇ ਸੀ, ਇੰਸਟੀਟਿਊਸ਼ਨਲ ਸੇਫਗਾਰਡ ਜਿਹੜੇ ਹੋਣੇ ਚਾਹੀਦੇ ਸੀਗੇ, ਉਹਨਾਂ ਦੇ ਉੱਤੇ ਲੋਕਾਂ ਨੂੰ ਵਿਸ਼ਵਾਸ ਨਹੀਂ ਹੈ। ਸੋ ਇੱਕ ਬਹੁਤ ਬੜੀ ਇਹ ਗੰਭੀਰ ਸਥਿਤੀ ਬਣੀ ਹੋਈ ਹੈ। ਤੇ ਉਸ ਦੇ ਵਿੱਚ ਹੁਣ ਸੋਮ ਪ੍ਰਕਾਸ਼ ਉਹਨਾਂ ਦੀ ਜਿਹੜੀ ਕਮੇਟੀ ਹੈ ਉਹ ਕਿਸਾਨਾਂ ਕੋਲ ਕਿਸ ਮੂੰਹ ਨਾਲ ਲੈ ਕੇ ਜਾਏਗੀ, ਮੈਨੂੰ ਤਾਂ ਇਸ ਦੇ ਬਾਰੇ ਡਾਊਟ ਹੈ। ਮੈਨੂੰ ਤਾਂ ਇਹ ਵੀ ਡਰ ਹੈ ਕਿ ਉਹ ਕਿਸਾਨ ਉਹਨਾਂ ਨੂੰ ਸੁਣਨਗੇ ਵੀ ਨਹੀਂ, ਜਾਂ ਉਹ ਜਾਣਗੇ ਤਾਂ ਕੋਈ ਹੱਥਾਪਾਈ ਨਾ ਹੋ ਜਾਵੇ, ਕਿਉਂਕਿ ਜਿਸ ਤਰ੍ਹਾਂ ਦਾ ਗੁੱਸਾ ਕਿਸਾਨਾਂ ਦੇ ਵਿੱਚ ਪੰਜਾਬ 'ਚ ਦੇਖਣ ਨੂੰ ਮਿਲ ਰਿਹਾ ਹੈ। ਹੰਸਰਾਜ ਵੀ ਰੌਲਾ ਪਾ ਰਹੇ ਸੀ, ਕਹਿੰਦੇ ਮੈਂ ਵੀ ਤੁਹਾਨੂੰ ਲੈ ਕੇ ਚੱਲਦਾ। ਚਲੋ ਉਹ ਵੀ ਕੋਸ਼ਿਸ਼ ਕਰ ਲੈਣ, ਚੰਗੇ ਸਿੰਗਰ ਨੇ, ਉਹ ਬੜੇ ਵਧੀਆ ਕਲਾਕਾਰ ਨੇ, ਕੋਸ਼ਿਸ਼ ਕਰ ਲੈਣ, ਪਰ ਮੈਨੂੰ ਨਹੀਂ ਲੱਗਦਾ ਉਹਦਾ ਕੁਝ ਨਿਕਲੇਗਾ, ਕਿਉਂਕਿ ਵਨਸ ਯੂ ਹੈਵ ਲੋਸਟ ਦ ਫੇਥ ਇਟ ਇਜ਼ ਵੈਰੀ ਡਿਫਿਕਲਟ ਟੂ ਰੀਗੇਨ ਇਟ।